ਇੱਕ ਆਈਪੀਐਸ ਅਫਸਰ ਦੇ ਉੱਤੇ ਗਵਰਨਰ ਨੇ ਮਿਸਕੰਡਕਟ ਦੇ ਲਿਖਤ ਦੇ ਵਿੱਚ ਚਾਰਜ ਲਾਏ ਤੇ ਉਸ ਪੁਲਿਸ ਅਫਸਰ ਨੂੰ ਜਲੰਧਰ ਦਾ ਕਮਿਸ਼ਨਰ ਲਾਇਆ ਭਗਵੰਤ ਮਾਨ ਨੇ। ਇਨਸੀਡੈਂਟਲੀ ਇਸ ਕੇਸ ਦੇ ਵਿੱਚ ਮੈਨੂੰ ਗਵਰਨਰ ਦੀ ਗੱਲਬਾਤ ਭਾਵੇਂ ਉਹਨਾਂ ਦਾ ਤਰੀਕਾ ਗਲਤ ਹੋ ਸਕਦਾ ਹੈ, ਲੇਕਿਨ ਉਹ ਗੱਲਾਂ ਤਾਂ ਸਾਰੀਆਂ ਵੈਲਿਡ ਕਰ ਰਹੇ ਨੇ। ਤਾਂ ਖੁਦ ਬਨਵਾਰੀ ਲਾਲ ਪੁਰੋਹਿਤ ਜਿਸ ਡੇਟ ਤੋਂ ਆਏ ਨੇ ਉਹਨਾਂ ਨੂੰ ਲੱਗ ਰਿਹਾ ਪੰਜਾਬ ਦੇ ਵਿੱਚ ਨਸ਼ੇ ਦੀ ਸਮੱਸਿਆ ਉਸ ਤਰੀਕ ਤੋਂ ਹੈ, ਜਦੋਂ ਕਿ ਇਹ ਤਾਂ ਪਿਛਲੇ ਕਈ ਦਹਾਕਿਆਂ ਤੋਂ ਕੰਮ ਚੱਲ ਰਿਹਾ ਹੈ, ਫਸੋ ਮੈਨੀ ਡੈਕੇਡਸ। ਡੀਜੀਪੀ ਕਹਿ ਰਹੇ ਨੇ ਕਿ ਉਹਨਾਂ ਦੇ ਅਫਸਰ ਦਬਾਅ ਦੇ ਵਿੱਚ ਨਹੀਂ ਨੇ, ਤਾਂ ਫਿਰ ਡੀਜੀਪੀ ਨੂੰ ਤਾਂ ਚਾਹੀਦਾ ਜਵਾਬ ਦਿਓ ਮੁਕਤਸਰ ਦੇ ਤੇ ਤਰਨਤਾਰਨ ਦੇ ਐਸਐਸਪੀ ਦੇ ਬਿਹਾਫ ਤੇ, ਜਿਨ੍ਹਾਂ ਨੂੰ ਦਬਾਅ ਦੇ ਚੱਲਦੇ ਤੁਸੀਂ ਜ਼ਿਲ੍ਹਿਆਂ ਚੋਂ ਕੱਢਤਾ। ਕਹਿੰਦੇ ਆਪਣੀ ਕੁੜੀ ਦਾ ਜੇ ਤੂੰ ਘਰ ਵਸਣ ਦੇਣਾ ਨਾ ਤੇ ਉਹਨੂੰ ਫੋਨ ਕਰਨੇ ਬੰਦ ਕਰ ਦੇ केजरीवाल ਨੂੰ। ਤਾਂ ਇਹ ਸਲਾਹ ਹੈਗੀ ਜਿਵੇਂ। नमस्कार, आदाब, सत श्री अकाल। इस खास प्रोग्राम में एक बार फिर से मैं मणिमुख शर्मा आप सबका इस्तकबाल करता हूं। पंजाब के गवर्नर बनवारी लाल पुरोहित साहब सरहदी इलाकों के दौरे पर हैं। वहां पर जाके उन्होंने कुछ बयानबाजी की है, जिससे जो है सीधा उन्होंने अपनी ही सरकार पर, आम आदमी पार्टी की सरकार पर उन्होंने निशाना साधा है। पहले बोला कि पंजाब का ड्रग प्रॉब्लम जो है इसमें कोई गिरावट नहीं आ रही है। उसके बाद जो 2 दिन का स्पेशल असेंबली सेशन बुलाया गया है उस पर भी उन्होंने सवालिया निशान लगाया। और उसके बाद जो है कुछ तबादले जो हुए हाल ही में, ख़ास करके तरन तारण के एसएसपी, उस पर भी जो है उन्होंने निशाना साधा है और पुलिस को ये हिदायत दी है कि वो किसी भी पॉलिटिकल प्रेशर में ना आए। क्या इस पर सियासत हो रही है और क्या हो सकते हैं, इस पर बहुत ही तफसील में बात करने के लिए एक बार फिर से मेरे साथ जुड़े हैं मेरे सहयोगी रितेश लक्की साहब। रितेश जी, आपका बहुत बहुत स्वागत है। थैंक यू। फिर से दोनों साइड्स के बीच में हो गया है। मान साहब का मतलब वो पीसफुल टेन्योर नहीं रहेगा लग रहा है। ਮੈਨੂੰ ਲੱਗਦਾ ਵੀ ਇਹਨਾਂ ਦੇ ਵਿਵਾਦ ਤੇ ਝਗੜੇ ਸੀਜ਼ਨਲ ਹੋ ਚੁੱਕੇ ਨੇ। ਇੱਕ ਸੀਜ਼ਨ ਆਉਂਦਾ ਹੈ, ਜਿਵੇਂ ਸੀਜ਼ਨਲ ਫਰੂਟ ਹੁੰਦੇ ਨੇ ਉਵੇਂ ਸੀਜ਼ਨਲ ਝਗੜੇ ਹੋ ਗਏ ਨੇ। ਜਦੋਂ ਗਵਰਨਰ ਸਰਹੱਦੀ ਦੌਰਿਆਂ ਦੇ ਅਲੱਗ-ਅਲੱਗ ਬਣਾ ਦੇ ਗੇੜੇ ਦੌਰੇ ਕੱਢਦੇ ਨੇ, ਤੇ ਹੁਣ ਉਹਨਾਂ ਨੇ 2 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਦੌਰਾ ਕੀਤਾ, ਹਾਲਾਂਕਿ ਹੋਰ ਜ਼ਿਲ੍ਹਿਆਂ ਵਿੱਚ ਵੀ ਜਾਣਾ ਹੈ, ਲੇਕਿਨ ਫਾਜ਼ਿਲਕਾ ਤੇ ਅੰਮ੍ਰਿਤਸਰ ਦੋਵੇਂ ਬਾਰਡਰ ਡਿਸਟ੍ਰਿਕਟਸ ਨੇ, ਤੇ ਸਿੱਧਾ ਨਿਸ਼ਾਨਾ ਲਾਇਆ ਹੈ। ਤੇ ਇਨਫੈਕਟ ਦੋਵੇਂ ਉਹ ਜ਼ਿਲ੍ਹੇ ਨੇ ਜਿੱਥੇ ਕਿ ਸੰਬੰਧਿਤ ਐਸਐਸਪੀਜ਼ ਜਿਹੜੇ ਉਹਨਾਂ ਜ਼ਿਲ੍ਹਿਆਂ ਦੇ ਨਾਲ ਦੇ ਗੁਆਂਢ ਦੇ, ਯਾਨੀ ਕਿ ਫਾਜ਼ਿਲਕਾ ਦੇ ਨਾਲ ਮੁਕਤਸਰ ਸਾਹਿਬ ਤੇ ਅੰਮ੍ਰਿਤਸਰ ਦੇ ਨਾਲ ਤਰਨਤਾਰਨ, ਦੋਵੇਂ ਜ਼ਿਲ੍ਹਿਆਂ ਦੇ ਐਸਐਸਪੀ ਦੇ ਤਬਾਦਲੇ ਕੀਤੇ ਗਏ। ਵਿਵਾਦਿਤ ਤਬਾਦਲੇ ਰਹੇ। ਪੁਲਿਸ ਅਫਸਰ ਅੱਛਾ ਕੰਮ ਕਰ ਰਹੇ ਸੀ, ਉਹਨਾਂ ਨੂੰ ਹਟਾਤਾ ਗਿਆ, ਉਹਨਾਂ ਦੇ ਤਬਾਦਲੇ ਕਰਤੇ ਗਏ। ਲੋਕਾਂ ਨੇ ਵੀ ਕਿਹਾ, ਉੱਥੇ ਦੇ ਪਿੰਡ ਵਾਲੇ ਮੁਕਤਸਰ ਸਾਹਿਬ ਦੇ ਇਕੱਠੇ ਹੋਏ। ਤਰਨਤਾਰਨ ਦੇ ਐਸਐਸਪੀ ਜਦੋਂ ਉਹਨਾਂ ਨੂੰ ਵਿਦਾਈ ਦਿੱਤੀ ਗਈ, ਫੇਰ ਮਿਲ ਦਿੱਤੀ ਗਈ, ਲੋਕਾਂ ਨੇ ਫੁੱਲਾਂ ਦੀ ਵਰਖਾ ਗੁਰਮੀਤ ਚੌਹਾਨ ਦੇ ਉੱਤੇ ਕੀਤੀ। पुलिस वालों ने भी फूल बरसाए थे किसी पर? ਪੁਲਿਸ ਵਾਲਿਆਂ ਨੇ ਫੁੱਲ ਬਰਸਾਏ ਸੀ, ਤੇ ਪੁਲਿਸ ਵਾਲਿਆਂ ਨੇ ਤਾਂ ਪੂਰੇ ਫੁੱਲ ਬਰਸਾਏ ਸੀ, ਉਹਨਾਂ ਨੇ ਚੰਗੇ ਫੁੱਲ ਬਰਸਾਏ। ਲੇਕਿਨ ਮਸਲਾ ਇਹੀ ਹੈ ਕਿ ਗਵਰਨਰ ਫਲੈਗ ਕਰ ਰਹੇ ਨੇ ਪੰਜਾਬ ਦੇ ਉਹ ਇਸ਼ੂਜ਼ ਨੂੰ ਜੋ ਕਿ ਦੁੱਖ ਦੀ ਰਗ ਨੇ ਭਗਵੰਤ ਮਾਨ ਦੀ ਗਵਰਨਮੈਂਟ ਦੀ। ਹੁਣ ਇੱਥੇ ਗਵਰਨਰ ਦੀ ਇੰਟਰਫੇਰੈਂਸ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਇੰਟਰਫੇਰੈਂਸ ਹੋਣੀ ਨਹੀਂ ਚਾਹੀਦੀ। ਗਵਰਨਰ ਨੂੰ ਇਸ ਲੈਵਲ ਤੇ ਉਤਰਨ ਦੀ ਲੋੜ ਨਹੀਂ। ਹੁਣ ਉਹ ਜਾ ਰਹੇ ਨੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ, ਜਾ ਕੇ ਦੌਰਾ ਕਰ ਰਹੇ ਨੇ, ਅਫਸਰਾਂ ਨੂੰ ਇਮਾਨਦਾਰੀ ਦਾ ਸਰਟੀਫਿਕੇਟ ਦੇ ਰਹੇ ਨੇ। ਤੇ ਤੁਹਾਨੂੰ ਯਾਦ ਹੋਏਗਾ ਪਹਿਲਾਂ ਵੀ ਚਰਚਾ ਕੀਤੀ ਸੀ ਕਿ ਇੱਕ ਐਸਐਸਪੀ ਚੰਡੀਗੜ੍ਹ ਦਾ ਬਦਲਿਆ ਗਿਆ ਸੀਗਾ, ਜਿਹਦੇ ਉੱਤੇ ਗਵਰਨਰ ਨੇ ਇਲਜ਼ਾਮ ਲਾਏ ਸੀ ਕਿ ਮਿਸਕੰਡਕਟ ਇਸਨੇ ਕੀਤਾ ਹੈ। ਤੇ ਹੁਣ ਇੱਕ ਜ਼ਿਲ੍ਹੇ ਵਿੱਚ ਜਾ ਕੇ ਉਹ ਕਹਿ ਰਹੇ ਨੇ ਕਿ ਤਾਂ ਐਸਐਸਪੀ ਇਮਾਨਦਾਰ ਸੀ, ਤੁਸੀਂ ਇਸ ਨੂੰ ਹਟਾਤਾ। ਯਾਨੀ ਕਿ ਜਿਹੜੇ ਐਸਐਸਪੀ ਦੇ ਉੱਤੇ ਜਾਂ ਜਿਹੜੇ ਪੁਲਿਸ ਅਧਿਕਾਰੀ ਆਈਪੀਐਸ ਅਫਸਰ ਦੇ ਉੱਤੇ ਗਵਰਨਰ ਸਵਾਲ ਚੁੱਕ ਰਹੇ ਨੇ, ਉਹਨੂੰ ਮਿਸਕੰਡਕਟ ਕਰ ਰਹੇ ਨੇ, ਉਹਨੂੰ ਭਗਵੰਤ ਮਾਨ ਇੱਕ ਕਮਿਸ਼ਨਰ ਲਾ ਰਹੇ ਨੇ ਜ਼ਿਲ੍ਹੇ ਦਾ ਜਾਂ ਇੱਕ ਸ਼ਹਿਰ ਦਾ, ਜਲੰਧਰ ਦਾ ਕਮਿਸ਼ਨਰ ਲਾਤਾ ਕੁਲਦੀਪ ਸਿੰਘ ਚਾਹਲ ਨੂੰ। ਤੇ ਜਿਹੜੇ ਐਸਐਸਪੀ ਨੂੰ ਹਟਾਇਆ ਤਰਨਤਾਰਨ ਤੋਂ ਗੁਰਮੀਤ ਸਿੰਘ ਚੌਹਾਨ ਨੂੰ, ਉਹਨਾਂ ਨੂੰ ਗਵਰਨਰ ਕਹਿ ਰਹੇ ਨੇ ਕਿ ਤਾਂ ਇਮਾਨਦਾਰ ਐਸਐਸਪੀ ਸੀ। ਸੋ ਜਾ ਕਿੱਧਰ ਨੂੰ ਰਹੇ ਨੇ? ਚੀਫ ਮਿਨਿਸਟਰ ਇੱਕ ਵੱਖਰੀ ਦਿਸ਼ਾ 'ਚ ਤੁਰ ਰਹੇ ਨੇ, ਗਵਰਨਰ ਨੂੰ ਤੁਰਨ ਦੀ ਲੋੜ ਨਹੀਂ, ਲੇਕਿਨ ਉਹ ਫਿਰ ਵੀ ਦੂਜੀ ਦਿਸ਼ਾ 'ਚ ਤੁਰ ਰਹੇ ਨੇ। ਸੋ ਇਸ ਨੂੰ ਇੰਟਰਫੇਰੈਂਸ ਮੰਨਿਆ ਵੀ ਜਾ ਸਕਦਾ ਹੈ, ਲੇਕਿਨ ਕੁਝ ਗੱਲਾਂ ਜਿਹੜੀਆਂ ਗਵਰਨਰ ਕਰ ਰਹੇ ਨੇ ਉਹ ਵੈਲਿਡ ਨੇ, ਜੈਨੂਇਨ ਨੇ। ਪੁਲਿਸ ਅਫਸਰਾਂ ਦੀ ਮੌਜੂਦਗੀ ਦੇ ਵਿੱਚ, ਡੀਜੀਪੀ ਦੀ ਮੌਜੂਦਗੀ ਦੇ ਵਿੱਚ, ਚੀਫ ਸਕੱਤਰ ਦੀ ਮੌਜੂਦਗੀ ਦੇ ਵਿੱਚ ਉਹ ਗੱਲਾਂ ਕਹਿ ਰਹੇ ਨੇ। ਤੇ ਮੈਂ ਪੰਜਾਬ ਦੇ ਇਤਿਹਾਸ ਦੇ ਵਿੱਚ ਇੱਦਾਂ ਕਦੇ ਹੋਇਆ ਨਹੀਂ ਹੈ ਕਿ ਰਾਜਪਾਲ ਪੁਲਿਸ ਅਫਸਰਾਂ ਨੂੰ ਨਾਲ ਚੁੱਕ ਕੇ ਤੁਰਦਾ ਫਿਰ ਰਿਹਾ ਹੋਵੇ, ਮੀਟਿੰਗਾਂ ਕਰ ਰਿਹਾ ਹੋਵੇ, ਗ੍ਰਾਸ ਰੂਟ ਲੈਵਲ ਦੇ ਉੱਤੇ ਵਿਲੇਜ ਕਮੇਟੀਜ਼ ਦੇ ਨਾਲ ਮੀਟਿੰਗ ਕਰ ਰਹੇ ਨੇ। ਉਹ ਕਹਿ ਰਹੇ ਨੇ ਗਵਰਨਰ ਕਿ ਮੈਂ ਲੋਕਾਂ ਦੇ ਨਾਲ ਰਾਬਤੇ ਵਿੱਚ ਹੈ, ਕਿਉਂਕਿ ਉਹ ਜਾ ਰਹੇ ਨੇ, ਹਰ ਕੁਝ ਮਹੀਨੇ ਬਾਅਦ ਉਹਨਾਂ ਦੇ ਦੌਰੇ ਲੱਗ ਰਹੇ ਨੇ। ਇਹ ਸਿਲਸਿਲਾ ਪਿਛਲੇ 1.5 ਸਾਲ ਤੋਂ ਚੱਲਦਾ ਪਿਆ, ਵਿਚ ਇਜ਼ ਵੈਰੀ ਯੂਨੀਕ ਟੂ ਪੰਜਾਬ। ਇਟ ਟੈਂਟਮਾਊਂਟਸ ਟੂ ਅ ਲਿਟਲ ਬਿਟ ਆਫ ਇੰਟਰਫੇਰੈਂਸ। ਲੇਕਿਨ ਜੇ ਪੰਜਾਬ ਦੇ ਮੁੱਖ ਮੰਤਰੀ ਉੱਧਰ ਮੱਧ ਪ੍ਰਦੇਸ਼ ਦੇ ਵੀ ਚੋਣ ਪ੍ਰਚਾਰ ਕਰਦੇ ਘੁੰਮ ਰਹੇ ਨੇ, ਤੇ ਗਵਰਨਰ ਹੁਣ ਸਰਹੱਦੀ, ਆਪਾਂ ਕਿਵੇਂ ਕਹਿ ਸਕਦੇ ਵੀ ਗਵਰਨਰ ਠੀਕ ਹੈ, ਉਹਨਾਂ ਦਾ ਪ੍ਰੋਟੋਕਾਲ ਸ਼ਾਇਦ ਉਹਨਾਂ ਨੂੰ ਅਲਾਓ ਕਰਦਾ ਵੀ ਹੋਵੇ, ਲੇਕਿਨ ਉਹਨਾਂ ਨੂੰ ਇਹ ਚੀਜ਼ ਕਰਨ ਦੀ ਲੋੜ ਨਹੀਂ।
ਵਾਈ ਇਜ਼ ਹੀ ਡੂਇੰਗ ਇਟ, ਤੇ ਅਫਸਰ ਵੀ ਉਹਨਾਂ ਦੇ ਨਾਲ ਤੁਰ ਰਹੇ ਨੇ। ਤੁਸੀਂ ਇਹ ਵੀ ਨਹੀਂ ਕਹਿ ਸਕਦੇ ਵੀ ਅਫਸਰਾਂ ਨੂੰ ਮਨਾ ਕਰੇ ਕੋਈ ਅਫਸਰ, ਡੀਜੀਪੀ ਬੈਠਾ, ਚੀਫ ਸਕੱਤਰ ਬੈਠਾ ਹੈ ਐਂਡ ਗਵਰਨਰ ਉਹਨਾਂ ਨੂੰ ਇਨਸਟਰਕਸ਼ਨ ਦੇ ਰਹੇ ਨੇ, ਜੋ ਕਰਨਾ ਕਰ ਰਹੇ ਨੇ। ਸੋ ਇਹ ਤਾਂ ਸਮਝ ਤੋਂ ਬਿਯੋਂਡ ਹੈ ਕਿ ਪੰਜਾਬ ਦੇ ਵਿੱਚ ਹੋ ਕੀ ਰਿਹਾ, ਗਵਰਨਮੈਂਟ ਕੌਣ ਚਲਾ ਰਿਹਾ, ਕੌਣ ਚਲਾਉਣ ਦੀ ਕੋਸ਼ਿਸ਼ ਕਰ ਰਿਹਾ, ਕਿਹਨੂੰ ਚਲਾਉਣ ਨਹੀਂ ਦਿੱਤਾ ਜਾ ਰਿਹਾ। ਗਵਰਨਰ ਦਾ ਜਿਹੜਾ ਹਾਈਪਰ ਐਕਟਿਵਿਜ਼ਮ ਆ, ਆਪਾਂ ਪਹਿਲਾਂ ਕਈ ਵਾਰ ਗੱਲ ਕਰ ਚੁੱਕੇ ਹਾਂ ਇਸ ਵਿਸ਼ੇ ਉੱਤੇ, ਬਟ ਪੁਆਇੰਟ ਹੈ ਕਿ ਜਿਹੜੀ ਦੁੱਖ ਦੀ ਰਗ ਹੈ, ਜਿੱਥੇ ਫਾਲਟ ਲਾਈਨਸ ਹੈਗੀਆਂ ਨੇ, ਗਵਰਨਰ ਉਹਨਾਂ ਫਾਲਟ ਲਾਈਨਸ ਦੇ ਉੱਤੇ ਬੋਲਦੇ ਪਏ ਨੇ ਐਂਡ ਯੂ ਕੈਨ ਨਾਟ ਸੇ ਕਿ ਹੀ ਇਜ਼ ਇਨਕਰੈਕਟ। ਉੱਥੇ ਉਹ ਗੱਲਾਂ ਬਾਤਾਂ ਹੈਗੀਆਂ ਨੇ, ਉਹ ਤਰਜਮਾਨੀ ਕਰ ਰਹੇ ਨੇ। ਜੇ ਉੱਥੋਂ ਦੇ ਜ਼ਿਲ੍ਹਿਆਂ ਦੇ ਐਸਐਸਪੀਜ਼ ਨੂੰ ਵਿਵਾਦਿਤ ਡਿਸੀਜਨ ਲੈ ਕੇ, ਹੁਣ ਮੁਕਤਸਰ ਸਾਹਿਬ ਦਾ ਇੱਕ ਟਿਪੀਕਲ ਕੇਸ ਹੈ, ਤਰਨਤਾਰਨ, ਇਹ ਦੋਵੇਂ ਥਾਵਾਂ ਦੇ ਉੱਤੇ ਕਿਤੇ ਨਾ ਕਿਤੇ ਸਰਕਾਰ ਦੀ ਜਿਹੜੀ ਵਾਜ਼ ਔਨ ਦਾ ਰੋਂਗ ਵਿਕਟ, ਰੋਂਗ ਫੁਟਿੰਗ ਤੇ ਸੀ ਸਰਕਾਰ, ਇਹ ਚੀਜ਼ਾਂ ਦਾ ਐਕਸਪੋਜ਼ ਹੋ ਗਈਆਂ। ਸੋ ਗਵਰਨਰ ਨੂੰ ਉਹ ਚੀਜ਼ਾਂ ਕਹਿਣ ਦੇ ਵਿੱਚ ਬਹੁਤ ਕਨਵੀਨੀਐਂਟਲੀ ਕੋਈ ਦਿੱਕਤ ही नहीं हुई। गवर्नर ने हालांकि ये भी अनाउंसमेंट किया है कि अब विलेज डिफेंस कमिटीज बनाए जाएंगे ड्रग समस्या को जो है रोकने के लिए, उसका हल करने के लिए। ये काफ़ी कॉमन चीज़ नहीं है कि एक स्टेट का हम मान सकते हैं कोई अगर लेफ्टिनेंट गवर्नर है किसी यूनियन टेरिटरी में, फिर भी बात समझ में आती है, लेकिन ये एक फुल फ्लेजेड स्टेट है पंजाब, जिसके गवर्नर जो है ये एग्जीक्यूटिव अनाउंसमेंट्स कर रहे हैं, ये पहले कभी सुना नहीं है। ये ਨਹੀਂ, ਉਹਨਾਂ ਨੇ ਸ਼ਾਇਦ ਇਹ ਕਿਹਾ ਵੀ ਬਣਾਈਆਂ ਜਾਣੀਆਂ ਚਾਹੀਦੀਆਂ ਨੇ, ਦੈਟਸ ਵਾਟ ਹੀ ਇਜ਼ ਐਕਸਪੈਕਟਿੰਗ ਇਨ ਅਫਸਰਾਂ ਦੇ ਹਾਜ਼ਰੀ ਦੇ ਵਿੱਚ। ਬਿਲਕੁਲ ਠੀਕ ਹੈ ਤੁਹਾਡੀ ਕਿ ਗਵਰਨਰ ਤੋਂ ਐਕਸਪੈਕਟਡ ਰੋਲ ਨਹੀਂ ਹੈ, ਲੇਕਿਨ ਮੈਂ ਕਹਿ ਰਿਹਾ ਵੀ ਪੰਜਾਬ ਦੇ ਫਾਇਦੇ ਲਈ, ਪੰਜਾਬ ਦੇ ਭਲੇ ਲਈ ਜੇ ਗਵਰਨਰ ਜਾ ਰਿਹਾ ਹੈ, ਪਹਿਲੀ ਗੱਲ ਤਾਂ ਕਿ ਉਹ ਗਲਤ ਜਾ ਰਿਹਾ, ਦੈਟਸ ਅ ਕੁਐਸਚਨ। ਰਾਈਟ, ਰੋਂਗ, ਗੁੱਡ, ਰਾਈਟ, ਗੁੱਡ, ਬੈਡ, ਇਟ ਮੇ ਬੀ ਬੈਡ ਬਟ ਇਟ ਇਜ਼ ਨਾਟ ਰੋਂਗ। ਮਤਲਬ ਦੋਵੇਂ ਚੀਜ਼ਾਂ 'ਚ ਫਰਕ ਹੋ ਸਕਦਾ ਹੈ ਕਿ ਉਹਨਾਂ ਦਾ ਉੱਥੇ ਜਾਣਾ ਗਲਤ ਤਾਂ ਨਹੀਂ ਹੈ, ਲੇਕਿਨ ਚੰਗਾ ਵੀ ਨਹੀਂ ਹੈ। ਦੋ ਅਲੱਗ-ਅਲੱਗ ਸਥਿਤੀਆਂ ਨੇ। ਸੈਕਿਊਲਰ ਜਿਹੜੀ ਗੱਲ ਕਰ ਰਹੇ ਪੰਜਾਬ ਦੇ ਹਿੱਤ ਵਿੱਚ ਹੀ ਕਰ ਰਹੇ ਨੇ, ਜੇ ਉਹ ਨਸ਼ੇ ਦੇ ਸਮਗਲਰਾਂ ਦੀ ਗੱਲ ਕਰ ਰਹੇ ਨੇ, ਜੇ ਅੱਜ ਉਹ ਕਹਿ ਰਹੇ ਨੇ, ਉਹਨਾਂ ਦੇਖੋ ਫਾਜ਼ਿਲਕਾ 'ਚ ਬੜਾ ਵੱਡਾ ਬਿਆਨ ਦਿੱਤਾ ਕਿ ਜਿਹੜੇ ਚੁਣੇ ਹੋਏ ਵਿਧਾਇਕ ਨੇ ਉਹ ਪੁਲਿਸ ਅਫਸਰਾਂ ਨੂੰ ਅਪਰੋਚ ਕਰਦੇ ਨੇ, ਸਿਫਾਰਸ਼ਾਂ ਲਗਵਾਉਂਦੇ ਨੇ। ਹੁਣੇ ਤਾਂ ਉਹ ਜਾਂ ਤਾਂ ਕਲੈਰੀਫਾਈ ਕਰਨ ਗਵਰਨਰ, ਤੇ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਨੂੰ ਆ ਕੇ ਪੁੱਛਣਾ ਚਾਹੀਦਾ ਗਵਰਨਰ ਤੋਂ ਵੀ ਤੁਸੀਂ ਸਾਨੂੰ ਦੱਸੋ ਵੀ ਕਿਹੜੇ ਸਾਡੇ ਵਿਧਾਇਕ ਨੇ ਪੁਲਿਸ ਕੋਲ ਸਿਫਾਰਿਸ਼ ਲਗਵਾਈ, ਤੇ ਜੇ ਸਿਫਾਰਿਸ਼ ਲਗਵਾਈ ਤਾਂ ਫਿਰ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਇਹ ਬੜਾ ਵੱਡਾ ਸੰਗੀਨ ਇਲਜ਼ਾਮ ਹੈ। ਲੇਕਿਨ ਗਵਰਨਰ ਦੀ ਗੱਲ ਨੂੰ ਵੀ ਪਹਿਲਾਂ ਮੁੱਖ ਮੰਤਰੀ ਸੀਰੀਅਸਲੀ ਨਹੀਂ ਲੈ ਰਹੇ। ਇੱਕ ਆਈਪੀਐਸ ਅਫਸਰ ਦੇ ਉੱਤੇ ਗਵਰਨਰ ਨੇ ਮਿਸਕੰਡਕਟ ਦੇ ਲਿਖਤ ਦੇ ਵਿੱਚ ਚਾਰਜ ਲਾਏ, ਤੇ ਉਸ ਪੁਲਿਸ ਅਫਸਰ ਨੂੰ ਜਲੰਧਰ ਦਾ ਕਮਿਸ਼ਨਰ ਲਾਇਆ ਭਗਵੰਤ ਮਾਨ ਨੇ। ਤੇ ਅਫਸਰ ਦੇ ਉੱਤੇ ਕੋਈ ਕੁਐਸਚਨ ਖੜੇ ਹੋਏ ਚੰਡੀਗੜ੍ਹ ਦੇ, ਕਿਉਂਕਿ ਖੁਦ ਵੀ ਐਡਮਿਨਿਸਟ੍ਰੇਟਰ ਹੈਗੇ ਨੇ ਜਿਹੜੇ ਗਵਰਨਰ ਹੁੰਦੇ ਨੇ, ਸੋ ਉਹਨਾਂ ਨੇ ਹਟਾਇਆ। ਸੋ ਤੁਸੀਂ ਇਹ ਤਾਂ ਭਗਵੰਤ ਮਾਨ ਨੂੰ ਵੀ ਚਾਹੀਦਾ ਸੀ ਕਿ ਜੇ ਕਿਸੇ ਅਫਸਰ ਦੇ ਉੱਤੇ ਇਸ ਤਰੀਕੇ ਦੇ ਇਲਜ਼ਾਮ ਲੱਗੇ ਨੇ, ਘੱਟੋ ਘੱਟ ਉਸ ਦੀ ਗਹਿਰਾਈ ਦੇ ਵਿੱਚ ਜਾਓ ਤਾਂ ਸਹੀ ਤੁਸੀਂ। ਮੁੱਦਾ ਇਹ ਨਹੀਂ ਹੈ ਕਿ ਗਵਰਨਰ ਕੀ ਕਹਿ ਰਹੇ ਨੇ, ਨਹੀਂ ਕਹਿ ਰਹੇ, ਤੁਸੀਂ ਆਪਣਾ ਕੰਮ ਸਹੀ ਤਰੀਕੇ ਦੇ ਨਾਲ ਨਹੀਂ ਕਰ ਰਹੇ ਹੋ ਐਜ਼ ਅ ਸਟੇਟ ਚੀਫ ਮਿਨਿਸਟਰ। ਦੈਟ ਇਜ਼ ਵਾਈ ਉਹਨਾਂ ਨੂੰ ਸਪੇਸ ਮਿਲਦੀ ਪਈ ਹੈ, ਰੂਮ ਮਿਲਦਾ ਪਿਆ। ਤੁਸੀਂ ਆਪਣੇ ਐਸਐਸਪੀ ਨੂੰ ਕਿਉਂ ਹਟਾਇਆ, ਤੁਸੀਂ ਕਿਉਂ ਹਟਾ ਰਹੇ ਹੋ? ਜਿਹੜਾ ਹੁਣ ਜਿੱਥੇ ਫਾਜ਼ਿਲਕਾ ਉਹਨਾਂ ਨੇ ਬਿਆਨ ਦਿੱਤਾ, ਨਾਲ ਮੁਕਤਸਰ ਪੈਂਦਾ, ਮੁਕਤਸਰ ਦੇ ਐਸਐਸਪੀ ਨੂੰ ਹਟਾਤਾ ਗਿਆ, ਵਕੀਲ ਇਕੱਠੇ ਹੋ ਗਏ, ਸਰਕਾਰ ਦਬਾਅ ਦੇ ਵਿੱਚ ਆ ਗਈ, ਬਾਅਦ ਦੇ ਵਿੱਚ ਵਕੀਲ ਨੇ ਆਪਣੀ ਕੰਪਲੇਂਟ ਵਾਪਸ ਲੈ ਲਈ, ਠੀਕ ਹੈ ਨਾ, ਜਦ ਕਿ ਪਿੰਡ ਵਾਲੇ ਇਕੱਠੇ ਸੀ। ਹੁਣ ਹੋ ਇਹ ਰਿਹਾ ਕਿ ਗਵਰਨਰ ਜਿਹੜਾ ਕਿ ਸੈਂਟਰ ਦਾ ਥਾਪਿਆ ਹੋਇਆ ਨੁਮਾਇੰਦਾ, ਉਹ ਲੋਕਾਂ ਦੇ ਹਿੱਤ ਦੀ ਗੱਲ ਕਰ ਰਿਹਾ ਹੈ, ਲੋਕਾਂ ਦੀ ਗੱਲ ਕਰ ਰਿਹਾ। ਹੀ ਇਜ਼ ਟਾਕਿੰਗ ਅਬਾਊਟ ਵਿਲੇਜ ਕਮੇਟੀਜ਼ ਵਿਚ ਸ਼ੁੱਡ ਬੀ ਸਪੋਕਨ ਬਾਈ ਦਾ ਚੀਫ ਮਿਨਿਸਟਰ। ਇਹ ਤਾਂ ਭਗਵੰਤ ਮਾਨ ਨੂੰ ਚਾਹੀਦਾ ਨਾ ਕਿ ਹੀ ਇਜ਼ ਲੂਜ਼ਿੰਗ ਗਰਾਊਂਡ ਲੈਵਲ ਦੇ ਉੱਤੇ, ਜਿਵੇਂ ਆਪਣੇ ਇੱਥੇ ਕੈਨੇਡਾ 'ਚ ਕਿਹਾ ਜਾਂਦਾ, ਹੀ ਇਜ਼ ਗੈਟਿੰਗ ਆਊਟ ਆਫ ਟੱਚ, ਠੀਕ ਹੈ ਨਾ। ਜਾਂ ਤਾਂ ਤੁਸੀਂ ਅਫਸਰਾਂ ਦੇ ਉੱਤੇ ਜ਼ਿਆਦਾ ਰਿਲਾਈ ਕਰ ਰਹੇ ਹੋ, ਜਿਵੇਂ ਤੁਹਾਨੂੰ ਅਫਸਰਸ਼ਾਹੀ ਫੀਡਬੈਕ ਦਿੰਦੀ ਹੈ, ਜਿਵੇਂ ਤੁਹਾਡੇ ਆਸ-ਪਾਸ ਦਾ ਇੱਕ ਹੁੰਦਾ ਹੈ ਪਾਵਰ ਸੈਂਟਰ ਜਿਹੜੇ ਬਣ ਜਾਂਦੇ ਨੇ, ਤੇ ਉਹ ਅਕਸਰ ਗਲਤ ਫੀਡਬੈਕ ਆ ਰਹੀ ਹੁੰਦੀ ਹੈ, ਫੀਡਬੈਕ ਤੁਹਾਡੇ ਕੋਲ ਚੰਗੀ ਆ ਨਹੀਂ ਪਾਉਂਦੀ। ਇੰਸੀਡੈਂਟਲੀ ਇਸ ਕੇਸ ਦੇ ਵਿੱਚ ਮੈਨੂੰ ਗਵਰਨਰ ਦੀ ਗੱਲਬਾਤ, ਭਾਵੇਂ ਉਹਨਾਂ ਦਾ ਤਰੀਕਾ ਗਲਤ ਹੋ ਸਕਦਾ ਹੈ, ਲੇਕਿਨ ਉਹ ਗੱਲਾਂ ਤਾਂ ਸਾਰੀਆਂ ਵੈਲਿਡ ਕਰ ਰਹੇ ਨੇ। ਤੇ ਇੱਕ ਚੀਜ਼ ਗਵਰਨਰ ਨੇ ਨਹੀਂ ਕਹੀ, ਇਸ ਤੋਂ ਪਹਿਲਾਂ ਤੁਸੀਂ ਦੇਖਿਆ ਵੀ ਐਸਐਸਪੀ ਨੂੰ ਹਟਾਤਾ ਗਿਆ, ਪੁਲਿਸ ਵਾਲੇ ਅੰਦਰ ਜੇਲ੍ਹਾਂ 'ਚ ਟੁੱਕਤੇ ਗਏ। ਉਸ ਤੋਂ ਬਾਅਦ ਵਕੀਲ ਜਿਹੜਾ ਸੀਗਾ, ਜਿਹੜਾ ਕੰਟਰੋਵਰਸ਼ੀਅਲ ਵਕੀਲ, ਉਹਨੇ ਪੂਰੇ ਦੇ ਪੂਰੇ ਪੰਜਾਬ ਐਂਡ ਹਰਿਆਣਾ ਬਾਰ ਐਸੋਸੀਏਸ਼ਨ ਤੋਂ ਲੈ ਕੇ ਪੰਜਾਬ ਤੇ ਹਰਿਆਣਾ ਦੀ ਅਦਾਲਤਾਂ 'ਚ ਸਟ੍ਰਾਈਕ ਹੋ ਜਾਂਦੀ ਹੈ, ਕੰਮ ਬੰਦ ਹੋ ਜਾਂਦਾ ਹੈ, ਵਕੀਲ ਇਕੱਠੇ ਹੁੰਦੇ ਨੇ, ਉਸ ਤੋਂ ਬਾਅਦ ਐਡੀ ਵੱਡੀ ਕਾਰਵਾਈ ਹੁੰਦੀ ਹੈ, ਅਫਸਰਾਂ ਨੂੰ ਡਿਸਮਿਸ ਕੀਤਾ ਜਾਂਦਾ ਹੈ, ਜੇਲ੍ਹਾਂ ਦੇ ਵਿੱਚ ਪਾਤਾ ਜਾਂਦਾ ਹੈ, ਐਂਡ ਦੈਨ ਉਹ ਵਕੀਲ ਆਪਣੇ ਬਿਆਨ ਤੋਂ ਮੁੱਕਰ ਜਾਂਦਾ ਬਿਕੋਜ਼ ਹੀ ਵਾਜ਼ ਇਨਵੋਲਵਡ ਇਨ ਸਮ ਕਾਈਂਡ ਆਫ ਅਲੈਜਿਡਲੀ ਸ਼ੇਡੀ ਐਕਟੀਵਿਟੀਜ਼। ਉਹਦਾ ਸਮਝੌਤਾ ਹੋ ਜਾਂਦਾ ਹੈ। ਤਾਂ ਵਕੀਲ ਭਾਈਚਾਰਾ ਵੀ ਨਾਮੋਸ਼, ਸਾਰੇ ਨਾਮੋਸ਼। ਗਵਰਨਰ ਤੇ ਫਿਰ ਪਹੁੰਚ ਕੇ ਸਵਾਲ ਚੁੱਕੇਗਾ ਨਾ ਕਿ ਤੁਸੀਂ ਕਿਹੜੀ ਇਨਵੈਸਟੀਗੇਸ਼ਨ ਕਰਾਈ, ਤੁਹਾਡਾ ਸਰਕਾਰ ਹੋ ਚੱਲਦਾ ਕੀ ਪਿਆ, ਕਿ ਤੁਸੀਂ ਕਿਸੇ ਟਾਈਮ ਵੀ ਅਫਸਰਾਂ ਨੂੰ ਚੱਕ ਕੇ ਜੇਲ੍ਹਾਂ ਦੇ ਵਿੱਚ ਪਾ ਦਿਓ ਤੇ ਫਿਰ ਉਹਨਾਂ ਨੂੰ ਬਾਅਦ ਦੇ ਵਿੱਚ ਸਮਝੌਤੇ ਹੋ ਜਾਣ, ਜਾਂ ਤਾਂ ਪਹਿਲਾਂ ਤੁਸੀਂ ਗਲਤ ਕੰਮ ਕੀਤਾ ਜਾਂ ਬਾਅਦ ਦੇ ਵਿੱਚ ਗਲਤ ਕੰਮ ਕੀਤਾ। ਐਂਡ ਸੇਮ ਇਜ਼ ਫॉर ਤਰਨਤਾਰਨ। ਉੱਥੇ ਵੀ ਇੱਕ ਐਮਐਲਏ ਦੇ ਜੀਜੇ ਨੂੰ ਰੰਗੇ ਹੱਥੀਂ ਫੜਿਆ ਗਿਆ, ਇਲੀਗਲ ਮਾਈਨਿੰਗ ਹੋ ਰਹੀ ਸੀ, ਉੱਥੋਂ ਐਸਐਸਪੀ ਨੇ ਫੜਿਆ ਤੇ ਰੌਲਾ ਐਡਾ ਪਿਆ ਵੀ ਐਸਐਸਪੀ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਦੱਸਿਆ ਸੀ, ਦ ਮੈਟਰ ਵਾਜ਼ ਇਨ ਦ ਨੋ ਆਫ ਦ ਚੀਫ ਮਿਨਿਸਟਰ ਆਲਸੋ, ਕਿ ਇਹ ਜਿਹੜਾ ਬੰਦਾ ਫੜਿਆ ਗਿਆ ਹੈ ਇਹ ਐਮਐਲਏ ਦਾ ਜੀਜਾ ਹੈ। ਉਸ ਵਕਤ ਇਹਨਾਂ ਨੇ ਉਹਨੂੰ ਗ੍ਰਿਫਤਾਰ ਹੋਣ ਦਿੱਤਾ, ਬਾਅਦ ਦੇ ਵਿੱਚ ਉੱਤੇ ਕੁੱਟਮਾਰ ਹੋ ਗਈ, ਉਹ ਹਸਪੀਟਲਾਈਜ਼ ਹੋ ਗਿਆ, ਉਸ ਤੋਂ ਬਾਅਦ ਐਸਐਸਪੀ ਦਾ ਤਬਾਦਲਾ ਕਰਤਾ ਜਾਂਦਾ ਹੈ।
ਐਸਐਸਪੀ ਤਾਂ ਆਪਣਾ ਕੰਮ ਕਰ ਰਿਹਾ ਸੀ, ਹੀ ਵਾਸ ਡੂਇੰਗ ਹਿਸ ਜੌਬ। ਉਹ ਜਾਂ ਤਾਂ ਗਲਤ ਕੰਮ ਕਰਦੇ ਹੋਏ ਤੁਸੀਂ ਫਿਰ ਪੁਲਿਸ ਅਫਸਰਾਂ ਨੂੰ ਟੰਗੋ ਵੀ। ਇੱਥੇ ਤਾਂ ਦੋਵੇਂ ਥਾਵਾਂ ਦੇ ਉੱਤੇ, ਦੋਵੇਂ ਜ਼ਿਲ੍ਹਿਆਂ ਦੇ ਵਿੱਚ, ਜਿਨ੍ਹਾਂ ਦੇ ਗੁਆਂਢੀ ਜ਼ਿਲ੍ਹਿਆਂ ਦੇ ਵਿੱਚ ਹੁਣ ਗਵਰਨਰ ਸਾਹਿਬ ਜਾ ਕੇ ਇੱਕ ਕਮੈਂਟ ਕਰ ਰਹੇ ਨੇ, ਅਫਸਰਾਂ ਨੂੰ ਸਰਟੀਫਿਕੇਟ ਵੰਡ ਰਹੇ ਨੇ ਇਮਾਨਦਾਰੀ ਦਾ, ਤੇ ਉਹ ਮੈਨੂੰ ਉਹਨਾਂ ਦਾ ਠੀਕ ਕਰ ਰਹੇ ਨੇ। ਮੈਂ ਉਹਨਾਂ ਨਾਲ ਜ਼ਿਆਦਾ ਮਤਭੇਦ ਨਹੀਂ ਰੱਖ ਸਕਦਾ, ਐਟਲੀਸਟ ਔਨ ਦਿਸ ਫੈਕਟਸ। ਹਾਂ, ਆਪਾਂ ਇਹ ਕਹਿ ਸਕਦੇ ਕਿ ਉਹ ਕਿਉਂ ਕਰ ਰਹੇ ਨੇ, ਉਹਨਾਂ ਨੂੰ ਪ੍ਰੋਟੋਕਾਲ ਅਲਾਉ ਨਹੀਂ ਕਰਦਾ। ਲੇਕਿਨ ਫਿਰ ਜਦੋਂ ਹੁਣ ਹਾਲਾਤ ਇਹੋ ਜਿਹੇ ਹੈਗੇ ਨੇ, ਪੰਜਾਬ ਇਜ਼ ਔਨ ਅ ਵੈਰੀ ਕ੍ਰਿਟੀਕਲ ਸਟੇਜ, ਇੱਥੇ ਨਸ਼ੇ ਦੀ ਤਸਕਰੀ ਹੈ, ਤੇ ਨਾਲ ਬੈਠੇ ਅਫਸਰ ਸੁਣ ਰਹੇ ਨੇ, ਡੀਜੀਪੀ ਸੁਣ ਰਿਹਾ, ਚੀਫ ਸੈਕਟਰੀ ਸੁਣ ਰਿਹਾ, ਤਾਂ ਪੰਜਾਬ ਦੇ ਸੀਐਮ ਉਹਨਾਂ ਤੋਂ ਪੁੱਛੇ ਤੁਹਾਡੀ ਹਾਜ਼ਰੀ ਦੇ ਵਿੱਚ ਜੇ ਗਵਰਨਰ ਇਹ ਕਹਿ ਰਿਹਾ ਵੀ ਨਸ਼ੇ ਦੀ ਤਸਕਰੀ ਵੱਧ ਰਹੀ ਹੈ, ਤਾਂ ਫਿਰ ਤੁਸੀਂ ਬੈਠੇ, ਤੁਹਾਡੇ ਅਹੁਦਿਆਂ ਤੇ ਬੈਠਣ ਦਾ ਫਾਇਦਾ ਕੀ ਤੁਕ ਕੀ? ਬੜੀ ਵਿਚਿਤਰ ਸਥਿਤੀ ਹੈ। ਮਤਲਬ ਇਟ ਇਜ਼ ਬਿਯੋਂਡ ਐਕਸਪਲੇਨੇਸ਼ਨ ਕਿ ਇੰਨੀ ਵੱਡੀਆਂ ਗੱਲਾਂ ਸਟੇਟ ਦੇ ਟੌਪ 2 ਫੰਕਸ਼ਨਰੀਜ਼, ਦ ਚੀਫ ਸੈਕਟਰੀ ਤੇ ਗਵਰਨਰ ਦੇ ਨਾਲ ਬੈਠ ਕੇ, ਦ ਡੀਜੀਪੀ ਦੇ ਨਾਲ ਬੈਠ ਕੇ ਗਵਰਨਰ ਕਰ ਰਹੇ ਨੇ, एंड दे हैव टू लिसन। साथ ही साथ जो है उन्होंने सिर्फ 2 ही साल का जिक्र किया कि भाई 2 सालों में ही जो है पुलिस की जो है मुस्तैदी के बावजूद ये ड्रग प्रॉब्लम जो है फैलता ही जा रहा है। इससे पहले का टाइम उन्होंने गिनवाया नहीं। 2 ਕਾਰਨ ਇਹਦੇ ਹੈਗੇ ਨੇ। ਇੱਕ ਤਾਂ ਖੁਦ ਬਨਵਾਰੀ ਲਾਲ ਪੁਰੋਹਿਤ ਜਿਸ ਡੇਟ ਤੋਂ ਆਏ ਨੇ, ਉਹਨਾਂ ਨੂੰ ਲੱਗ ਰਿਹਾ ਪੰਜਾਬ ਦੇ ਵਿੱਚ ਨਸ਼ੇ ਦੀ ਸਮੱਸਿਆ ਉਸ ਤਰੀਕ ਤੋਂ ਹੈ, ਜਦੋਂ ਕਿ ਇਹ ਤਾਂ ਪਿਛਲੇ ਕਈ ਦਹਾਕਿਆਂ ਤੋਂ ਕੰਮ ਚੱਲ ਰਿਹਾ, ਫॉर ਸੋ ਮੈਨੀ ਡੈਕੇਡਸ, ਰਾਈਟ। ਦੂਸਰੀ ਜਿਹੜੀ ਪੋਜੀਸ਼ਨ ਹੈਗੀ ਹੈ ਕਿ 2 ਸਾਲ ਤਕਰੀਬਨ 1.5 ਸਾਲ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਤਾਂ ਹੋ ਸਕਦਾ ਇਹਦਾ ਪੋਲੀਟੀਕਲ ਇਸ਼ਾਰਾ ਵੀ ਕਰਨ ਦੀ ਕੋਸ਼ਿਸ਼ ਹੈ, ਕਿਉਂਕਿ ਇੱਕ ਇਹ ਵੀ ਗੱਲਬਾਤ ਨੈਰੇਟਿਵ ਹੈ ਕਿ ਵੀ ਸ਼ਾਇਦ ਪੰਜਾਬ ਦੇ ਹਾਲਾਤ ਨੂੰ ਇਸ ਮੁਹਾਰੇ ਤੇ ਲੈ ਕੇ ਖੜਾ ਕੀਤਾ ਜਾ ਰਿਹਾ ਕਿ ਪੰਜਾਬ ਦੀ ਸਰਕਾਰ ਨੂੰ ਭੰਗ ਕੀਤਾ ਜਾਏ। ਇਹਨੂੰ ਇਸ ਤਰੀਕੇ ਦੀ ਕੋਈ ਸਾਜ਼ਿਸ਼ ਚੱਲ ਰਹੀ ਹੋ ਸਕਦੀ ਹੈ। ਆਮ ਆਦਮੀ ਪਾਰਟੀ ਦੀ ਪਹਿਲੀ ਚੁਣੀ ਹੋਈ ਸਰਕਾਰ ਇੱਕ ਅਜਿਹੇ ਰਾਜ ਦੇ ਵਿੱਚ ਜਿੱਥੇ ਕਿ ਉਹ ਇੰਡੀਪੈਂਡੈਂਟਲੀ ਫੰਕਸ਼ਨ ਕਰ ਸਕਦੇ ਨੇ ਜੇ ਉਹ ਚਾਹਣ, ਤੇ ਉਹ ਕਰ ਪਾ ਰਹੇ ਹੈਗੇ ਨੇ। ਸੋ ਉੱਥੇ ਉਹਨਾਂ ਨੂੰ ਕੰਮ ਕਰਨ ਨਹੀਂ ਦੇਣਾ ਚਾਹੁੰਦੇ, ਇਸ ਵਾਸਤੇ ਇੱਕ ਬੇਸ ਤਿਆਰ ਕੀਤਾ ਜਾ ਰਿਹਾ। ਉਹ ਸਾਰੀ ਦੀ ਸਾਰੀ ਜਿਹੜੀ ਸੀਰੀਜ਼ ਹੈਗੀਆਂ, ਦੇ ਆਰ ਬਿਲਡ ਅਪ ਟੂ ਦੈਟ। ਸੋ ਉਹ ਜਿਹੜੀ ਨੀਅਤ ਮਾੜੀ ਮਨਸ਼ਾ ਹੈ, ਉਹ ਉਹਦੇ ਉੱਤੇ ਕੁਐਸਚਨ ਹੈਗੇ ਨੇ। ਕੇਂਦਰ ਸਰਕਾਰ ਥਰੂ ਗਵਰਨਰ ਕੀ ਚਾਹ ਰਿਹਾ, ਕੀ ਕਰਵਾना चाह रहे हैं। हाँ, क्योंकि रिकॉर्ड बहुत अच्छा नहीं है। जहाँ पर भी बीजेपी के नॉन बीजेपी गवर्नमेंट्स हैं, बीजेपी गवर्नर जो है रोड़ा अटकाने की कोशिश कर रहे हैं, ऐसे इल्जाम तो लगते आए हैं। और आपने देखा दिल्ली में लेफ्टिनेंट गवर्नर जो कर रहे हैं आम आदमी पार्टी गवर्नमेंट के साथ, इससे पहले जब किरण बेदी पौंडीचेरी की लेफ्टिनेंट गवर्नर थी, उस टाइम पे कांग्रेस गवर्नमेंट के साथ उन्होंने बहुत से ऐसे काम किए। अभी जैसे मणिपुर भी एक सरहदी रियासत है, वहाँ पर कोई गवर्नर गश्त नहीं लगा रहा है, लेकिन यहाँ पर पंजाब में वो गश्त लगा रहे हैं इस तरह से। तो यहाँ पे ये सवाल ज़रूर पैदा होता है। दूसरी बात ये कि जो असेंबली सेशन पे कमेंट किए हैं कि 2 दिन 20 और 21 अक्टूबर को स्पेशल असेंबली सेशन बुलाया गया है, तो जब उनसे पूछा गया उन्होंने बोला है मुझे तो मालूम ही नहीं, मुझसे किसी ने पूछा ही नहीं। बहुत ही मतलब बेचारा टाइप का जवाब दिया है। इससे लग रहा है कि शायद और कॉन्फ्लिक्ट पैदा होगा। हालांकि इस गवर्नमेंट ने बोल दिया कि भाई आपकी रजामंदी की ज़रूरत नहीं है। ये ਪਹਿਲਾਂ ਵੀ ਦੇਖੋ ਸੈਸ਼ਨ ਨੂੰ ਲੈ ਕੇ ਕਿੱਡਾ ਰੌਲਾ ਪਿਆ ਸੀਗਾ, ਗਵਰਨਰ ਨੇ ਕਿੱਡਾ ਵੱਡੇ ਇਤਰਾਜ਼ ਖੜੇ ਕੀਤੇ, ਤੇ ਉਹ ਸੈਸ਼ਨ ਤੁਸੀਂ ਦੇਖੋ ਭਗਵੰਤ ਮਾਨ ਦੀ ਸਰਕਾਰ ਦੇ ਅਕਲ ਤੇ ਵੀ ਥੋੜੇ ਸਵਾਲ ਸੀ ਕਿ ਉਹਨਾਂ ਨੇ ਉਹ ਸੈਸ਼ਨ ਕਿਸ ਲਈ ਬੁਲਾਇਆ, ਸਿਰਫ ਇਹ ਦੱਸਣ ਲਈ ਕਿ ਸਾਡੇ ਕੋਲ ਮੈਜੋਰਿਟੀ ਹੈ। ਆਪਣੀ ਜਦੋਂ ਕਿ ਕੋਈ ਨਹੀਂ ਕਹਿ ਰਿਹਾ ਸੀ ਉਹਨਾਂ ਨੂੰ ਵੀ ਤੁਸੀਂ ਮਾਈਨੋਰਿਟੀ ਚੋਂ, ਕਿਸੇ ਨੇ ਕੋਈ ਕੁਐਸਚਨ ਨਹੀਂ ਕੀਤਾ, ਕਿਸੇ ਨੇ ਕੋਈ ਚੈਲੰਜ ਨਹੀਂ ਕੀਤਾ। ਇੱਕ ਖਬਰ ਫੈਲਾਈ ਗਈ, ਮੈਂ ਤਾਂ ਹੁਣ ਕਹਾਂਗਾ ਅੱਜ ਮੈਂ ਕਹਿ ਸਕਦਾ ਕਿ ਖਬਰ ਫੈਲਾਈ ਗਈ ਕਿ ਭਾਰਤੀ ਜਨਤਾ ਪਾਰਟੀ ਆਪਰੇਸ਼ਨ ਲੋਟਸ ਚਲਾ ਰਹੀ ਸੀ, ਤੇ ਉਸ ਆਪਰੇਸ਼ਨ ਲੋਟਸ ਦੇ ਤਹਿਤ ਕੁਝ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਆਪਣੇ ਵੱਲ ਸ਼ਾਮਲ ਕਰਨ ਦੀ ਇੱਕ ਸਾਜ਼ਿਸ਼ ਚੱਲਦੀ ਪਈ ਸੀ। ਇਹ ਖਬਰਾਂ ਬਣੀਆਂ। ਇਸ ਤੋਂ ਬਾਅਦ ਕੁਝ ਐਮਐਲਏਜ਼ ਤੇ ਬਿਆਨ ਦਵਾਏ ਗਏ, ਫਿਰ ਪੁਲਿਸ ਦੀ ਸ਼ਿਕਾਇਤ ਕਰਾਈ ਗਈ। ਉਹ ਕਿੰਨੇ ਮਹੀਨੇ ਹੋ ਗਏ, ਤੇ ਉਸ ਤੋਂ ਬਾਅਦ ਅੱਜ ਤੱਕ ਉਸ ਇਨਵੈਸਟੀਗੇਸ਼ਨ ਦਾ ਕੁਝ ਨਹੀਂ ਲੱਭਿਆ ਵੀ ਕਿੰਨੇ ਕਰੋੜ ਦੀ ਆਫਰ ਕਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਦਿੱਤੀ ਗਈ ਪਾਰਟੀ ਨੂੰ ਤੋੜਨ ਲਈ, ਸਰਕਾਰ ਨੂੰ ਭੰਗ ਕਰਨ ਲਈ। ਲੇਕਿਨ ਐਡਾ ਵੱਡਾ ਇੱਕ ਮੈਂ ਤਾਂ ਕਹਾਂਗਾ ਕਿ ਡਰਾਮਾ ਕ੍ਰੀਏਟ ਕਰਕੇ ਵਿਧਾਨ ਸਭਾ ਦਾ ਸੈਸ਼ਨ ਸੱਦ ਲਿਆ ਗਿਆ ਗਿਣਤੀਆਂ ਤੇ ਮਿੰਟੀਆਂ ਲਈ। ਸਿਰਫ ਗਿਣਤੀਆਂ ਕਰਨੀਆਂ ਸੀ ਕਿ ਜੀ ਦੇਖੋ ਸਾਡੀ ਸਰਕਾਰ ਥੰਪਿੰਗ ਮੈਜੋਰਿਟੀ 'ਚ ਹੈ। ਜਿਸ ਤੇ ਉਹਦੇ ਪੰਜਾਬ ਦੇ ਵਿੱਚ ਇਹੀ ਗਵਰਨਰ ਨੇ ਇਤਰਾਜ਼ ਉਸ ਵਕਤ ਕੀਤੇ ਸੀ ਕਿ ਤੁਹਾਨੂੰ ਕਿਸ ਨੇ ਕਿਹਾ ਆਪਣਾ ਬਹੁਮਤ ਸਾਬਤ ਕਰਨ ਲਈ, ਤੁਸੀਂ ਵਧੋ ਵਧੀ ਆਪਣਾ ਬਹੁਮਤ ਸਾਬਤ ਕਰੀ ਚੱਲੋ। ਮਤਲਬ ਕਿਹੜਾ ਮਨ ਦੇ ਅੰਦਰ ਪਾਲਾ ਸੀ, ਕੀ ਸੀਗਾ ਸਾਰੀ ਗੱਲਾਂ ਬਾਤਾਂ। ਐਨੀਵੇਜ਼ ਤੁਹਾਡੀ ਸਰਕਾਰ ਸੀ, ਤੁਸੀਂ ਇਨਵੈਸਟੀਗੇਟ ਨਹੀਂ ਕਰ ਪਾਏ। ਹਾਲਾਂਕਿ ਹੁਣ ਜਿਹੜਾ ਸੈਸ਼ਨ ਬੁਲਾਇਆ ਜਾ ਰਿਹਾ ਕਿਉਂਕਿ SYL ਦੇ ਉੱਤੇ ਸੁਪਰੀਮ ਕੋਰਟ ਨੇ ਇੱਕ ਇੰਪੋਰਟੈਂਟ ਟਿੱਪਣੀ ਕੀਤੀ ਹੈ ਤੇ ਨਿਰਦੇਸ਼ ਦਿੱਤੇ ਨੇ ਕਿ ਸਰਵੇ ਕਰਾਇਆ ਜਾਏ SYL ਦੇ ਉੱਤੇ। ਪੰਜਾਬ ਦਾ ਜਿਹੜਾ ਇੱਕ ਵਿਊ ਹੈ, ਪੱਖ ਹੈ, ਉਸ ਪੁਆਇੰਟ ਆਫ ਵਿਊ ਨਾਲ ਇਹ ਪੋਸੀਬਲ ਹੈ ਕਿ ਇਸ ਸੈਸ਼ਨ ਨੂੰ ਲਿਆਂਦਾ ਜਾ ਰਿਹਾ ਹੋਵੇ। ਪਹਿਲਾਂ ਵੀ ਇਸ ਤਰੀਕੇ ਦਾ ਟਕਰਾਅ ਹੋ ਚੁੱਕਾ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ 2004 ਦੇ ਵਿੱਚ ਸਾਰੀਆਂ ਇੰਟਰਸਟੇਟ ਵਾਟਰ ਟ੍ਰੀਟੀਜ਼ ਨੂੰ ਅਨਲ ਕਰਤਾ ਸੀ, ਉਹਨੂੰ ਰੱਦ ਕਰਤਾ ਸੀ। ਤਾਂ ਉਹ ਵੀ ਸੈਸ਼ਨ ਬੁਲਾਇਆ ਗਿਆ ਤੇ ਕਾਨੂੰਨ ਪਾਸ ਕਰਤਾ ਗਿਆ, ਇੱਕ ਵਿਧੇਇਕ ਲਿਆਂਦਾ ਗਿਆ ਬਿੱਲ। ਤੇ ਉਹਨੂੰ ਫਿਰ ਗਵਰਨਰ ਨੇ ਸਹਿਮਤੀ ਦੇ ਕੇ ਅੱਗੇ ਭੇਜਿਆ, ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਲਈ ਭੇਜਤਾ, ਮਾਮਲਾ ਸੁਪਰੀਮ ਕੋਰਟ ਤੱਕ ਗਿਆ।
ਸੋ ਕਿਤੇ ਨਾ ਕਿਤੇ ਇਸ ਪੁਆਇੰਟ ਆਫ ਵਿਊ ਨਾਲ ਇਹ ਹੋ ਸਕਦਾ ਵੀ ਕੁਝ SYL ਦੇ ਕੰਟੈਕਸਟ ਜਾਂ ਸੰਦਰਭ ਦੇ ਵਿੱਚ ਕੋਈ ਅਜਿਹਾ ਕਾਨੂੰਨ ਨਾ ਲੈ ਕੇ ਆਵੇ ਪੰਜਾਬ, ਤਾਂ ਕਿ ਇੱਕ ਫੇਰ ਸੰਵਿਧਾਨਿਕ ਸਥਿਤੀ ਬਣ ਜਾਏ। ਕਿਉਂਕਿ ਪੰਜਾਬ ਨੇ ਡਿਲੇ ਕੀਤਾ SYL ਦਾ ਨਿਰਮਾਣ ਆਊਟ ਆਫ ਆਲ ਥੀਸ ਜਿਹੜੇ ਕਾਨੂੰਨੀ ਦਾਅ ਪੇਚ ਖੇਡ ਕੇ। ਈਵਨ ਇਸ ਕੇਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਲੈਜਿਸਲੇਟਿਵ ਦਾਅ ਖੇਡਿਆ ਸੀ, ਜਿਸ ਨੇ ਕਿ ਤਕਰੀਬਨ 12-14 ਸਾਲ ਇਸ ਕੇਸ ਨੂੰ ਰੋਕੀ ਰੱਖਿਆ ਅਦਾਲਤ ਦੇ ਵਿੱਚ, ਜਸਟ ਇਨ ਆਰਡਰ ਟੂ ਡੀਲੇ ਦ ਡੈਡਲਾਈਨ। ਕਿਉਂਕਿ ਡੈਡਲਾਈਨ ਸੀਗੀਆਂ, ਤੁਸੀਂ ਨਿਰਮਾਣ ਕਰਨਾ ਸੀ, ਪਾਣੀ ਦੇਣਾ ਨਹੀਂ ਚਾਹੁੰਦਾ ਪੰਜਾਬ। ਸੋ ਪੋਸੀਬਲੀ 21 ਅਕਤੂਬਰ ਵਾਲਾ ਜਿਹੜਾ ਸੈਸ਼ਨ ਹੈ, ਇਟ ਕੁਡ ਬੀ ਅ ਸਪੈਸ਼ਲ ਸੈਸ਼ਨ ਵੇਅਰ ਉਸ ਮੁਤਲਕ ਕੋਈ ਗੱਲ ਹੋ ਸਕਦੀ ਹੈ। ਸੋ ਇਸ ਨਜ਼ਰੀਏ ਦੇ ਨਾਲ ਵੀ ਗਵਰਨਰ ਕਹਿ ਰਹੇ ਹੋ ਸਕਦੇ ਨੇ, ਬਟ ਲੋੜ ਤਾਂ ਨਹੀਂ ਉਹਨਾਂ ਦੀ ਸਹਿਮਤੀ ਦੀ। ਐਂਡ ਹੀ ਇਜ਼ ਨਾਟ, ਜੇ ਚਾਹੁੰਦੇ ਤਾਂ ਇਸ ਵਕਤ ਵੀ ਕਿ ਰੌਲਾ ਪਾ ਸਕਦੇ ਸੀ ਵੀ ਮੈਂ ਨਹੀਂ ਦਿੰਦਾ ਇਜਾਜ਼ਤ, ਮੈਂ ਨਹੀਂ ਸਮਨ ਕਰਦਾ ਜਾਂ ਨਹੀਂ ਬੁਲਾਉਂਦਾ ਸੈਸ਼ਨ ਨੂੰ, ਲੇਕਿਨ ਉਹਨਾਂ ਨੇ ਨਹੀਂ ਕੀਤਾ। ਜ਼ਾਹਿਰ ਉਹਨਾਂ ਨੂੰ ਪਤਾ ਹੈ ਕਿ ਪਹਿਲਾਂ ਵੀ ਇਹ ਚੀਜ਼ ਕਲੀਅਰ ਹੋ ਚੁੱਕੀ ਹੈ, ਇਹਨਾਂ ਦੀਆਂ ਮੀਟਿੰਗਾਂ ਇਹਨਾਂ ਨੂੰ ਬੈਠ ਕੇ ਰਿਜ਼ੋਲਵ ਕਰਾਇਆ ਗਿਆ ਕਿ ਆਪਸ ਸੁਪਰੀਮ ਕੋਰਟ ਤੱਕ ਨੇ ਇਹਨਾਂ ਨੂੰ ਝਾੜ ਪਾਈ ਸੀ, ਗਵਰਨਰ ਨੂੰ ਵੀ ਕਿਹਾ ਸੀ ਤੇ ਇਹਨਾਂ ਨੂੰ ਵੀ, ਚੀਫ ਮਿਨਿਸਟਰ ਨੂੰ ਵੀ ਕਿਹਾ ਸੀ ਕਿ ਤੁਸੀਂ ਇਹ ਕਰ ਕੀ ਰਹੇ ਹੋ ਆਪਸ ਦੇ ਵਿੱਚ, ਪੰਜਾਬ ਚੱਲੀ ਕੀ ਜਾਂਦਾ, ਮਾਮਲਾ ਤਾਂ ਅਦਾਲਤਾਂ ਦੇ ਤੱਕ ਪਹੁੰਚ ਚੁੱਕਾ ਸੀ। हाँ, तो इस बार ये भी सुनने में आ रहा है कि मीडिया को अंदर जाने नहीं दिया गया जब ये सब कुछ हो रहा था, तो ये आप कैसे देखते हैं इसको? मीडिया को नहीं अलाउ किया गया इस पूरे मीटिंग को कवर करने के लिए, क्या वजह हो सकती है? हाँ, वैसे होना नहीं चाहिए था, बट दैट्स अनफॉर्चुनेट भी मीडिया कोई सवाल ना पूछ ले गवर्नर तो मैंने लगता। हालांकि गवर्नर ने होर प्रेस कॉन्फ्रेंसिस एड्रेस कीतियां ने, कोई ऐसी गलबात नहीं, यूजुअली होंदा नहीं है, बट दैट चलो मीडिया ਨੂੰ ਕਈ ਵਾਰ ਨਹੀਂ ਵੀ ਅਲਾउ ਕਰਦੇ। ਇੰਟਰਨਲ ਲੈਵਲ ਦੀ ਕੋਈ ਮੀਟਿੰਗ ਹੋਏਗੀ ਵਿਲੇਜ ਕਮੇਟੀਜ਼ ਦੇ ਨਾਲ, ਸ਼ਾਇਦ ਉਹ ਗੱਲਬਾਤ ਕਰ ਰਹੇ ਸੀ ਪਿੰਡ ਵਾਲਿਆਂ ਦੇ ਨਾਲ, ਕਈ ਚੀਜ਼ਾਂ ਹੁੰਦੀਆਂ ਨੇ, ਕਈ ਵਾਰ ਅਫਸਰਾਂ ਨੂੰ ਇਤਰਾਜ਼ ਹੁੰਦਾ ਹੈ। ਯੂਜੂਲੀ ਇਹ ਵੀ ਹੁੰਦਾ ਵੀ ਨਾਲ ਜਿਹੜੇ ਅਫਸਰ ਬੈਠੇ ਹੁੰਦੇ ਨੇ, ਕਈ ਵਾਰ ਦੇ ਮੇ ਹੈਵ ਆਬਜੈਕਸ਼ਨ ਵੀ ਸਾਡਾ ਚੀਫ ਮਿਨਿਸਟਰ ਸੂਬੇ ਤੋਂ ਬਾਹਰ ਤੁਰਿਆ ਫਿਰਦਾ ਤੇ ਸਾਨੂੰ ਗਵਰਨਰ ਦੇ ਨਾਲ ਐਜ਼ ਅ ਪ੍ਰੋਟੋਕਾਲ ਜਾਣਾ ਪੈ ਰਿਹਾ, ਉਹ ਬੈਠਕ ਦੇ ਵਿੱਚ ਕੀ ਗੱਲਾਂ ਹੋ ਰਹੀਆਂ ਨੇ। ਸੋ ਅਫਸਰ ਵੀ ਤਾਂ ਡਰਦੇ ਨੇ ਨਾ ਆਪਣੀ, ਐਟ ਦ ਐਂਡ ਆਫ ਦ ਡੇ ਐਵਰੀਬਾਡੀ ਵਾਂਟਸ ਟੂ ਬੀ ਅ ਬਲੂ ਆਈਡ ਬॉय, ਉਹ ਆਪਣੀ ਪੋਜੀਸ਼ਨਾਂ ਤੇ ਰਹਿਣਾ ਚਾਹੁੰਦੇ ਨੇ। ਚੀਫ ਸੈਕਟਰੀ ਤੇ DGP ਦੇ ਡੋਂਟ ਵਾਂਟ ਕਿ ਸਾਨੂੰ ਮੁੱਖ ਮੰਤਰੀ ਦੀਆਂ ਨਜ਼ਰਾਂ 'ਚ थोड़ी नीवी पानी पवे। सो थिंग्स लाइक दैट आर देयर। DGP ने हालांकि कहा है इस मीटिंग में, उनको कोट किया गया है कि जब गवर्नर ने बोला कि पुलिस जो है बिल्कुल कोई पॉलिटिकल प्रेशर में ना आए, अपना काम करते रहे, तो DGP ने बोला कि आम आदमी पार्टी के गवर्नमेंट ने जो है खुली छूट दे रखी है पुलिस को और कोई ऐसा इंटरफेरेंस नहीं आ रहा है। हो सकता है कि ये गवर्नमेंट को सुनाने के लिए भी कहा गया हो, लेकिन क्या आपको लग रहा है कि गवर्नर और उनके ज़रिए जो यूनियन गवर्नमेंट है वो एक मैसेज देने की कोशिश कर रही है जो नौकरशाही है उसको, कि भाई हम हैं तुम्हारे लिए, और एक पैरेलल अथॉरिटी बनाने की कोशिश हो रही है कि अगर चीफ मिनिस्टर तुम्हारे खिलाफ कुछ करता है तो हमारे पास आओ, हम जो है तुम्हारी रखवाली करेंगे। तो आपको नहीं लगता कि इस टाइप का एक मैसेज बहुत क्लियरली दिया जा रहा है? हो सकता है इसलिए भी मीडिया को नहीं आने दिया होगा। हाँ हाँ बिल्कुल यही गल है, मैं तुम वही गल कही, बिल्कुल यही यू राइट, यही ऑब्जर्वेशन सी अपनी भी। लेकिन वो जो गवर्नर कहना चाह रहे हैं उस तो ज़्यादा तो साढ़े अफसर सुनना चाह रहे हैं। हाँ, ਤੁਸੀਂ ਦੇਖੋ ਨਾ ਵੀ ਜਿਹੜੇ DGP ਹੈਗੇ ਨੇ, ਚੀਫ ਸੈਕਟਰੀ ਹੈਗੇ ਨੇ, ਦੇ ਵਾਂਟ ਟੂ, ਉਹ ਤਾਂ ਚਾਹੁੰਦੇ ਨੇ ਕਿ ਅਸੀਂ ਫੇਵਰੇਟ ਰਹੀਏ ਸੈਂਟਰ ਦੇ ਵੀ, ਕਿਉਂਕਿ ਐਟ ਦ ਐਂਡ ਆਫ ਦ ਡੇ ਸੈਂਟਰ ਦੇ ਨਾਲ ਵੀ ਕੋਈ ਵਿਗਾੜਨਾ ਨਹੀਂ ਚਾਹੁੰਦਾ। ਇੱਕ ਮਜ਼ਬੂਤ ਕੇਂਦਰ ਦੀ ਸਰਕਾਰ ਹੈ, ਉੱਥੇ BJP ਦੀ ਸਟਰੋਂਗ ਗਵਰਨਮੈਂਟ ਹੈ, ਬਹੁਤ ਸੀ ਚੀਜ਼ਾਂ ਇੰਟਰਲਿੰਕ ਹੋ ਕੇ ਚੱਲਦੀਆਂ ਨੇ। ਹੁਣ ਉਹ ਸਮੇਂ ਚਲੇ ਗਏ ਨੇ, ਨਾਲ ਇੰਨੀ ਤਾਕਤ ਵੀ ਨਹੀਂ ਇਹਨਾਂ ਪੋਲੀਟੀਕਲ ਪਾਰਟੀਆਂ 'ਚ ਹੈਗੀ ਹੈ। ਉਂਝ ਛੋਟੇ ਮੋਟੇ ਬੇਤੁਕੇ ਜਿਹੇ ਇਸ਼ੂਜ਼ ਦੇ ਉੱਤੇ ਤਾਂ ਲੜੀ ਜਾਂਦੇ ਹੈਗੇ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ, ਉਹ ਜਿਹੜੇ ਫ੍ਰਿਵਲਸ ਇਸ਼ੂਜ਼ ਨੇ ਨਾ ਉਹਨਾਂ ਦੇ ਉੱਤੇ ਇੱਕ ਦੂਸਰੇ ਨਾਲ ਲੜੀ ਜਾਂਦੇ ਨੇ। ਜਿਹੜੇ ਅਸਲ ਮੁੱਦੇ ਨੇ ਉਹਨਾਂ ਦੇ ਉੱਤੇ ਤਾਂ ਇਕੱਠੇ ਨੇ ਇਹ, ਉਹਨਾਂ ਦੇ ਉੱਤੇ ਤਾਂ ਕੋਈ ਮਸਲਾ ਹੀ ਨਹੀਂ ਹੈਗਾ ਨਾ। ਤੁਸੀਂ ਲਾਅ ਐਂਡ ਆਰਡਰ ਦੇ ਮਸਲੇ ਤੁਸੀਂ ਦੇਖੋ, ਸਾਰੀ NIA ਹੋਵੇ, ਪੰਜਾਬ ਪੁਲਿਸ ਹੋਵੇ, ਆਪਸ ਦੇ ਵਿੱਚ ਬੜੀ ਅੱਛੀ ਸਿੰਕ ਦੇ ਨਾਲ ਕੰਮ ਕਰ ਰਹੀਆਂ ਨੇ। ਸੋ ਇਹ ਤਾਂ ਲੋਕਾਂ ਨੂੰ ਮੈਨੂੰ ਲੱਗਦਾ ਦਿਖਾਉਣ ਲਈ ਹੁੰਦਾ ਵੀ ਬਹੁਤ ਸੀ ਚੀਜ਼ਾਂ ਵੀ ਸਾਡੇ 'ਚ ਮਤਭੇਦ ਨੇ ਤੇ ਇੱਕ ਦੂਸਰੇ ਨੂੰ ਟਿਚਰਾਂ ਜਿਹੀਆਂ ਕਰੀ ਜਾਣਾ, ਲਿਫਾਫੇਬਾਜ਼ੀ ਜੀ। ਬਟ ਅਦਰਵਾਈਜ਼ ਜੇ ਤੁਸੀਂ ਇਫੈਕਟਿਵਲੀ ਆਫੀਸ਼ੀਅਲ ਲੈਵਲ ਦੀ ਗੱਲ ਕਰੋ, ਬਿਊਰੋਕਰੇਸੀ ਦੀ ਗੱਲ ਕਰੋ, ਉਹ ਬੜੇ ਕਲੀਅਰ ਨੇ। ਦੇ ਡੋਂਟ ਵਾਂਟ ਕਿ ਅਸੀਂ ਸੈਂਟਰ ਦੇ ਆਪਣੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਨਾਲ ਵਿਗਾੜੀਏ। ਕੱਲ ਨੂੰ ਪਤਾ ਨਹੀਂ BJP ਦੀ ਸਰਕਾਰ ਪੰਜਾਬ 'ਚ ਆ ਜਾਵੇ, ਅਗਲੇ ਦੂਰ ਦੀ ਸੋਚਦੇ ਨੇ, ਅਫਸਰਸ਼ਾਹੀ ਦੂਰ ਦੀ ਸੋਚਦੀ ਹੈ, ਉਹ ਐਵੇਂ ਨਹੀਂ ਸੋਚਦੇ। ਇਹ ਤਾਂ ਪੋਲੀਟੀਸ਼ੀਅਨ ਨੇ ਸੋਚਣਾ ਹੈ ਕਿ ਮੈਂ ਕਿਹਦੇ ਨਾਲ ਰੱਖਾਂ, ਕਿਹਦੇ ਨਾਲ। ਈਵਨ ਪੋਲੀਟੀਸ਼ੀਅਨ ਵੀ ਨਹੀਂ ਸੋਚਦੇ। ਸੋ ਐਵਰੀਬੋਡੀ ਵਾਂਟਸ ਟੂ ਹੈਵ देयर गुड ब्रिजेस विद द सेंट्रल गवर्नमेंट। हाँ, एक मेरा सवाल यहाँ पे ये भी है कि क्या ये भी हो सकता है कि क्योंकि अभी पिछले दिनों मान साहब एकदम डायरेक्टली पटवारी यूनियन के खिलाफ जो है हो गए, वहाँ पर भी उससे पहले जो है सिविल सर्विसेज के लोगों के खिलाफ भी जो है काफ़ी टाइम से अफसरशाही ਨਾਲ टकरा रहा है ना। तो क्या ये अफसरशाही की तरफ से भी एक कोशिश हो रही है कि केंद्र को किसी तरह से इन्वॉल्व किया जाए गवर्नमेंट को मैसेज देने के लिए? ਮੈਨੂੰ ਇਹ ਨਹੀਂ ਲੱਗਦਾ ਕਿ ਅਫਸਰਸ਼ਾਹੀ ਨਹੀਂ ਉਸ ਲੈਵਲ ਤੇ ਸੋਚਦੀ। ਅਫਸਰਸ਼ਾਹੀ ਤਾਂ ਇਟਸ ਲਾਈਕ, ਉਹ ਤਾਂ ਮਤਲਬ ਨਾ ਇੱਕ ਅਜਿਹੇ ਮੈਂ ਕਹਾਂਗਾ ਕਿ ਕਿਰਦਾਰ ਹੈਗੇ ਨੇ ਜੋ ਕਿ ਦੇਖ ਰਹੇ ਹੁੰਦੇ ਨੇ, ਵੇਟ ਕਰ ਰਹੇ ਹੁੰਦੇ ਨੇ ਵੀ ਪਲੜਾ ਕਿਹਦਾ ਭਾਰੀ ਹੋਏਗਾ।
ਜਿਹੜਾ ਪਲੜਾ ਭਾਰੀ ਉਧਰਲੇ ਪਾਸੇ ਹੋ ਜਾਂਦੇ ਨੇ। ਸੋ ਅਫਸਰਾਂ ਨਾਲ ਆਪਾਂ ਉਹਨਾਂ ਦੀ ਕੀ ਪੋਜੀਸ਼ਨਾਂ ਦੀ ਗੱਲ ਕਰੀਏ, ਉਹਨਾਂ ਦੇ ਵਿੱਚ ਉਹਨਾਂ ਦੀ ਲਾਇਲਟੀ ਸਿਰਫ ਉਹ ਹਵਾ ਦੇ ਰੁਖ ਦੇ ਨਾਲ ਚੱਲਣ ਵਾਲੇ ਲੋਕ ਹੁੰਦੇ ਨੇ, ਉਹਨਾਂ ਦੀ ਕੋਈ ਇਸ ਤਰੀਕੇ ਦੀ ਕੋਈ ਨਹੀਂ ਹੁੰਦੀ। ਸੋ ਉਹਨਾਂ ਦੇ ਬਾਰੇ ਤਾਂ ਮੈਂ ਗੱਲ ਵੀ ਨਹੀਂ ਕਰਨਾ ਚਾਹੁੰਦਾ। ਦੇ ਆਰ ਦ ਸਰਵੈਂਟਸ ਆਫ ਦ ਸਟੇਟ, ਸਿੰਪਲ ਐਜ਼ ਦੈਟ। ਦੇ ਆਰ ਪਬਲਿਕ ਸਰਵੈਂਟਸ, ਤੇ ਉਹਨਾਂ ਨੇ ਆਪਣੇ ਕਾਮਾਂ ਨੂੰ ਦੇਖਣਾ ਹੈ, ਉਹਨਾਂ ਦੇ ਹਿਸਾਬ ਨਾਲ ਕੰਮ ਕਰਨਾ ਹੈ। ਹਾਂ, ਜਿਹੜੀ ਤੁਸੀਂ ਗੱਲ ਕੀਤੀ ਵੀ ਡੀਜੀਪੀ ਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਖੁੱਲ੍ਹ ਕੇ ਕੰਮ ਕਰੋ, ਕਿਸੇ ਦੇ ਦਬਾਅ 'ਚ ਨਹੀਂ ਆਉਣਾ, ਇਹ ਬੜਾ ਇੰਪੋਰਟੈਂਟ ਪੁਆਇੰਟ ਹੈ। ਤੇ ਮਤਲਬ ਗਵਰਨਰ ਨੇ ਬੜੀ ਰੈਲੇਵੈਂਟ ਗੱਲ ਕਹੀ ਵੈਸੇ, ਜੇ ਉਹਨਾਂ ਨੇ ਮਤਲਬ ਗੱਲ ਤਾਂ ਉਹਨਾਂ ਨੂੰ ਇਹ ਕਹਿਣੀ ਚਾਹੀਦੀ ਸੀ। ਸਮਬਡੀ ਨੀਡਸ ਟੂ, ਹੋ ਇਹ ਰਿਹਾ ਹੈ ਕਿ ਸਮਬਡੀ ਨੀਡਸ ਟੂ ਟੈਲ ਦੀਸ ਥਿੰਗਸ। ਹੁਣ ਸਾਡੇ ਤੁਹਾਡੇ ਵਰਗੇ ਵਿਸ਼ਲੇਸ਼ਕ ਬੋਲੀ ਜਾਣ ਤਾਂ ਸਾਨੂੰ ਕੋਈ ਸੁਣਦਾ ਨਹੀਂ ਹੈ, ਲੇਕਿਨ ਜੇ ਗਵਰਨਰ ਬੋਲੇਗਾ ਤਾਂ ਚਲੋ ਠੀਕ ਹੈ, ਸੁਣੋ, ਦੁਨੀਆ ਸੁਣਦੀ ਤਾਂ ਹੈ ਨਾ, ਖਬਰ ਵੀ ਬਣਦੀ ਹੈ। ਤੇ ਉਹ ਠੀਕ ਕਹਿ ਰਹੇ ਨੇ ਕਿ ਦਬਾਅ ਦੇ ਵਿੱਚ ਨਾ ਆਓ। ਤੇ ਜੇ ਡੀਜੀਪੀ ਕਹਿ ਰਹੇ ਨੇ ਕਿ ਉਹਨਾਂ ਦੇ ਅਫਸਰ ਦਬਾਅ ਦੇ ਵਿੱਚ ਨਹੀਂ ਨੇ, ਤਾਂ ਫਿਰ ਡੀਜੀਪੀ ਨੂੰ ਤਾਂ ਚਾਹੀਦਾ ਜਵਾਬ ਦਿਓ ਮੁਕਤਸਰ ਦੇ ਤੇ ਤਰਨਤਾਰਨ ਦੇ ਐਸਐਸਪੀ ਦੇ ਬਿਹਾਫ ਤੇ, ਜਿਨ੍ਹਾਂ ਨੂੰ ਦਬਾਅ ਦੇ ਚੱਲਦੇ ਤੁਸੀਂ ਜ਼ਿਲ੍ਹਿਆਂ ਚੋਂ ਕੱਢਤਾ। ਤੁਸੀਂ ਕੱਢਿਆ ਨਾ, ਉਹ ਕੀ ਦਬਾਅ ਸੀ? ਇੱਕ ਰੇਤੇ ਦੀ ਖੱਡ ਚੋਂ ਨਜਾਇਜ਼ ਮਾਈਨਿੰਗ ਹੁੰਦੇ ਹੋਏ ਰੰਗੇ ਹੱਥੀਂ ਫੜ ਲਏ ਗਏ ਹੁਣ ਬੰਦੇ, ਤੇ ਤੁਸੀਂ ਐਸਐਸਪੀ ਦਾ ਤਬਾਦਲਾ ਕਰ ਦਿਓ। ਇਹ ਦਬਾਅ ਨਹੀਂ ਤਾਂ ਹੋਰ ਕੀ ਹੈ? ਕੀ ਪੰਜਾਬ ਦੇ ਡੀਜੀਪੀ ਸਾਹਿਬ ਇਸ ਬਾਰੇ ਥੋੜਾ ਜਿਹਾ ਹੋਰ ਚਾਨਣਾ ਪਾ ਕੇ ਦੱਸਣਗੇ ਵੀ ਕਿਹੜੀ ਮਜਬੂਰੀਆਂ ਸੀ ਕਿ ਤੁਹਾਨੂੰ ਤਰਨਤਾਰਨ ਦਾ ਐਸਐਸਪੀ, ਜਿਹਦਾ ਚੰਗਾ ਖਾਸਾ ਰਿਕਾਰਡ, ਅਗਲਾ ਆਪਣਾ ਕੰਮ ਕਰਨ ਡਿਆ, ਤੁਸੀਂ ਉਹਨੂੰ ਹਟਾਤਾ? ਤੇ ਜੇ ਉਹਨੇ ਵਾਕਈ ਵਧੀਕੀ ਕੀਤੀ ਆ, ਕੋਈ ਧੱਕਾ ਕੀਤਾ, ਤਾਂ ਫਿਰ ਉਹਦੇ ਖਿਲਾਫ ਕਾਰਵਾਈ ਕੀ ਹੋਣੀ ਚਾਹੀਦੀ ਸੀ? ਜਦ ਕੁਛ ਹੋ ਰਿਹਾ ਸੀਗਾ ਉੱਥੇ ਤਰਨਤਾਰਨ, ਜਿੱਥੇ ਵੀ ਖੱਡ, ਜਿਹੜਾ ਆਈ ਥਿੰਕ ਪਿੰਡ ਹੈਗਾ, ਮੈਂ ਦਿਮਾਗ ਚੋਂ ਨਿਕਲਦਾ ਪਿਆ ਹੈ, ਤਾਂ ਜਿਸ ਪਿੰਡ ਦੇ ਵਿੱਚ ਇਹ ਖੱਡ ਦੇ ਹੋਇਆ, ਐਕਸ਼ਨ ਹੋਇਆ, ਉਸ ਵਕਤ ਵੀ ਹਾਇਰ ਅਪਸ ਨੂੰ ਦੱਸਿਆ ਗਿਆ, ਡੀਜੀਪੀ ਵਾਜ਼ ਇਨ ਲੂਪ, ਕਿ ਇਹ ਵਿਧਾਇਕ ਹੈ, ਵਿਧਾਇਕ ਦਾ ਜੀਜਾ ਹੈ, ਇਹਨੂੰ ਅਸੀਂ ਰੰਗੇ ਹੱਥੀਂ ਫੜਿਆ। ਤੇ ਉਸ ਤੋਂ ਬਾਅਦ ਜੇ ਉਹਨਾਂ ਨੇ ਕਿਹਾ ਵੀ ਪਰਚਾ ਦਰਜ ਕਰੋ ਤੁਸੀਂ, ਦੇ ਨਿਊ ਇਟ। ਉਸ ਤੋਂ ਬਾਅਦ ਕਿਹੜਾ ਦਬਾਅ ਪਿਆ ਕਿ ਕੈਨ ਡੀਜੀਪੀ ਐਕਸਪਲੇਨ ਕੀ ਹੋਇਆ? ਫਿਰ ਉਸ ਤੋਂ ਬਾਅਦ ਵਾਈ ਦਾ ਐਸਐਸਪੀ ਹੈਡ ਟੂ ਬੀ ਸ਼ੰਟਡ ਆਊਟ। ਐਂਡ ਸੇਮ ਵਾਈਸ ਵਰਸਾ ਫॉर ਮੁਕਤਸਰ ਸਾਹਿਬ। ਉੱਥੇ ਤਾਂ ਚੀਜ਼ ਹੀ ਐਕਸਪੋਜ਼ ਹੋ ਗਈ ਨਾ, ਤੁਸੀਂ ਪਤਾ ਲੱਗ ਗਿਆ ਵੀ ਤੁਹਾਡੀ ਕਾਰਵਾਈ ਜੇ ਗਲਤ ਸੀ। ਦੇਖੋ, ਪਰਚੇ ਹੋ ਗਏ, FIRਾਂ ਹੋ ਗਈਆਂ, ਤੁਸੀਂ ਇੱਕ ਇੰਸਪੈਕਟਰ ਨੂੰ, ਇੱਕ SP ਰੈਂਕ ਦੇ ਆਫਿਸਰ ਨੂੰ ਜੇਲ੍ਹ 'ਚ ਪਾਤਾ ਗਿਆ, 3 ਆਫਿਸਰਸ ਨੂੰ ਜੇਲ੍ਹ ਕਰਤੀ ਗਈ, ਮਤਲਬ ਜੇਲ੍ਹ ਇਨ ਦ ਸੈਂਸ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਉਹਨਾਂ ਦੀ ਡਿਊਟੀਆਂ ਤੋਂ ਤਾਂ ਹਟਾ ਹੀ ਗਿਆ। ਤੇ ਉਸ ਤੋਂ ਬਾਅਦ ਵੀ ਫਿਰ ਕੰਪਰੋਮਾਈਜ਼ ਹੋਇਆ। ਯੂਜੂਅਲੀ ਤਾਂ ਕੰਪਰੋਮਾਈਜ਼ ਪਹਿਲੀ ਸਟੇਜ ਤੇ ਹੋ ਜਾਂਦਾ ਹੈ, ਜੇ ਆਪਸ ਸਮਝੌਤਾ ਹੋਣਾ ਹੁੰਦਾ, ਲੇਕਿਨ ਉਸ ਕੇਸ ਦੇ ਵਿੱਚ ਵੀ ਕਿੰਨੀ ਐਡਵਾਂਸ ਸਟੇਜ ਤੇ ਪੂਰੇ ਪੰਜਾਬ 'ਚ ਵਕੀਲ ਭਾਈਚਾਰਾ ਇਕੱਠਾ ਹੋ ਗਿਆ। ਅੱਜ ਵਕੀਲ ਭਾਈਚਾਰੇ ਨੂੰ ਵੀ ਸਮਝ ਨਹੀਂ ਆ ਰਿਹਾ ਵੀ ਮੂੰਹ ਕਿੱਧਰ ਨੂੰ ਛੁਪਾਈਏ, ਠੀਕ ਹੈ ਨਾ, ਕਿਹੜੇ ਤੇ ਗਲਤ ਬੰਦੇ ਦੇ ਮਗਰ ਲੱਗ ਗਏ, ਹੈ ਨਾ। ਉਹ ਸ਼ੇਡੀ ਕੈਰੈਕਟਰ ਰਿਹਾ ਹੋਏਗਾ ਵਕੀਲ, ਤਾਂ ਹੀ ਕਰਕੇ ਇਹ ਬੈਕ ਟਰੈਕਿੰਗ ਕੀਤੀ। ਨਹੀਂ ਤਾਂ ਤੁਸੀਂ ਐਡਾ ਵੱਡਾ ਗਫਲਤ ਕਰ ਦਿਓ, ਪੂਰੇ ਦੇ ਪੂਰੇ ਜ਼ਿਲ੍ਹੇ ਦੀ ਪੁਲਿਸ ਬਦਲਦੀ ਜਾਵੇ, ਐਸਐਸਪੀ ਛੱਡੋ, ਉਸ ਇਲਾਕੇ ਦਾ IG ਤੱਕ ਬਦਲਤਾ ਗਿਆ, ਟ੍ਰਾਂਸਫਰ ਕਰਤਾ ਗਿਆ, ਐਡੀ ਵੱਡੀ ਸਾਰੀ ਕਵਾਇਦ ਹੋਵੇ। ਮਤਲਬ ਪੁਆਇੰਟ ਇਹੀ ਹੈ ਵੀ ਹੋ ਕੀ ਰਿਹਾ, ਮਤਲਬ ਪੰਜਾਬ ਦੇ ਵਿੱਚ ਹੋ ਕੀ ਰਿਹਾ, ਕੁਐਸਚਨ ਤਾਂ ਹੈ ਨਾ। ਗਵਰਨਰ ਪੁੱਛਦਾ ਸਾਨੂੰ ਮਾੜਾ ਲੱਗਦਾ ਹੈ, ਲੇਕਿਨ ਕੋਈ ਨਾ ਹੋਵੇ ਤਾਂ ਪੁੱਛਦਾ ਹੈ ਨਾ, ਕਿਸੇ ਨੇ ਕਿਉਂ ਪੁੱਛਣਾ ਵੈਸੇ ਚਾਹੀਦਾ। ਡੀਜੀਪੀ ਸਾਹਿਬ ਤਾਂ ਹਰ ਆਪਣੇ ਪ੍ਰੈਸ ਨੋਟ ਦੇ ਵਿੱਚ, ਮੈਂ ਨਹੀਂ ਚਾਹੁੰਦਾ ਮੈਂ ਬਾਰ-ਬਾਰ ਜ਼ਿਕਰ ਕਰਦਾ, ਉਹ ਤਾਂ ਕਹਿੰਦੇ ਜੇ ਮਾਨਯੋਗ ਮੁੱਖ ਮੰਤਰੀ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੱਕ ਜੇਬ ਕਤਰੇ ਨੂੰ ਵੀ ਫੜਨਗੇ, ਤਾਂ ਜੇ ਡੀਜੀਪੀ ਦਾ ਬਿਆਨ ਹੋਏਗਾ ਤਾਂ ਥੱਲੇ ਮਾਨਯੋਗ ਮੁੱਖ ਮੰਤਰੀ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੰਮ ਹੋਇਆ। ਤਾਂ ਉਹ ਤਾਂ ਆਪਣੀ ਲਾਇਲਟੀ ਨਿਭਾ ਰਹੇ ਨੇ ਖੈਰ ਮੁੱਖ ਮੰਤਰੀ ਦੇ ਪ੍ਰਤੀ, ਲੇਕਿਨ ਮੈਂ ਨਹੀਂ ਪੋਲੀਟੀਸਾਈਜ਼ਡ ਪੁਲਿਸ ਨਹੀਂ ਦੇਖੀ, ਮੈਂ ਸਟੇਟਮੈਂਟਾਂ ਨਹੀਂ ਦੇਖੀਆਂ। ਐਂਡ ਆਈ ਡੋਂਟ ਵਾਂਟ, ਇੱਕ ਪ੍ਰੋਫੈਸ਼ਨਲ ਪੁਲਿਸ ਫੋਰਸ ਹੁੰਦੀ ਹੈ, ਉਹਨਾਂ ਨੂੰ ਇਸ ਤਰੀਕੇ ਦੀ ਪੋਲੀਟੀਕਲੀ ਲੋਡਡ ਸਟੇਟਮੈਂਟਸ ਨਹੀਂ ਦੇਣੀਆਂ ਚਾਹੀਦੀਆਂ। ਮਤਲਬ ਮੈਂ ਇਹ ਸਿਰਫ ਪੰਜਾਬ ਦੇ ਕੰਟੈਕਸਟ ਵੀ ਨਹੀਂ, ਕਿਤੇ ਵੀ ਜੇ ਇਸ ਮੈਂ ਹੋਰ ਵੀ ਪੁਲਿਸ ਡਿਪਾਰਟਮੈਂਟ ਦੇਸ਼ ਦੇ ਵਿੱਚ ਵੀ ਬਹੁਤ ਪੁਲਿਸ ਡਿਪਾਰਟਮੈਂਟ ਵੇਖੇ ਨੇ, ਲੇਕਿਨ ਹਰ ਆਪਣੇ ਬਿਆਨ ਦੇ ਪਿੱਛੇ ਮਾਨਯੋਗ ਮੁੱਖ ਮੰਤਰੀ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ ਚੋਰ ਚੁੱਕ ਕੇ ਫੜ ਲਏ ਨੇ, ਅਸੀਂ ਹਥਿਆਰ ਫੜ ਲਏ ਨੇ, ਅਸੀਂ ਡਰੋਨ ਫੜ ਲਏ ਨੇ। ਮਤਲਬ ਮੈਂ ਕਈ ਵਾਰ ਸਵਾਲ ਖੜਾ ਕਰਦਾ ਹਾਂ ਵੀ ਕੀ ਜੇ ਮਾਨਯੋਗ ਮੁੱਖ ਮੰਤਰੀ ਜੀ ਦੇ ਦਿਸ਼ਾ ਨਿਰਦੇਸ਼ ਨਾ ਹੋਣ ਤਾਂ ਪੰਜਾਬ ਦੇ ਡੀਜੀਪੀ ਤੇ ਪੰਜਾਬ ਪੁਲਿਸ ਡਰੋਨ ਫੜਨੇ, ਨਸ਼ੇ ਦੇ ਤਸਕਰ ਫੜਨੇ ਬੰਦ ਕਰ ਦੇਗੀ। ਸੋ ਕਿਆ ਇੱਕ ਐਡਿਡ ਇਨਸੈਂਟਿਵ ਹੈ। ਖੈਰ ਲਾਈਟ ਨੋਟ ਤੇ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ, ਬਟ ਇਹ ਕੁਐਸਚਨ ਹੈਗੇ ਨੇ, ਦਬਾਅ ਹੈ ਤਾਂ ਹੀ ਗੱਲ ਕੀਤੀ ਗਵਰਨਰ ਨੇ, ਐਂਡ ਹੀ ਇਜ਼ ਟਚਿੰਗ ਦ ਰਾਈਟ ਕੋਰਡਸ, ਬਟ ਵੀ ਡੋਂਟ ਐਪਰੀਸ਼ੀਏਟ ਇਟ ਐਟ ਦ ਸੇਮ ਟਾਈਮ ਕਿ ਗਵਰਨਰ ਸ਼ੁੱਡ ਬੀ ਇੰਟਰਫੇਅਰਿੰਗ। ਇਹ ਨਹੀਂ ਹੋਣਾ ਚਾਹੀਦਾ। ਇਹ ਪੈਰਲਲ ਜਿਹੜੀਆਂ ਪਾਵਰਸ ਸੈਂਟਰ ਬਣਾਏ ਜਾਂਦੇ ਨੇ, ਇਹ ਕਿਸੇ ਵੀ ਅਦਾਰੇ ਲਈ ਚੰਗੇ ਨਹੀਂ ਹੈਗੇ। ਇਹ ਤਾਂ ਸਰਕਾਰ ਤੁਹਾਡੀ ਚੱਲਦੀ ਪਈ ਹੈ, ਪੰਜਾਬ ਕ੍ਰਿਟੀਕਲ ਸਟੇਟ ਜਿਹਦਾ ਫਾਈਨੈਂਸ਼ੀਅਲ ਮੈਸ ਚੱਲਦਾ ਪਿਆ, ਜਿੱਥੇ ਲਾਅ ਐਂਡ ਆਰਡਰ ਦੇ ਇਸ਼ੂਜ਼ ਹੈਗੇ ਨੇ, ਵਿਚ ਇਜ਼ ਅ ਬਾਰਡਰ ਸਟੇਟ। ਸੱਚ ਅ ਸਟੇਟ ਕੈਨ ਨਾਟ ਅਫੋਰਡ parallel power centers where bureaucracy has this thing in their mind and they are divided within their loyalties and affinities. ਅਫਸਰਸ਼ਾਹੀ ਕਨਫਿਊਜ਼ਡ ਹੋਵੇ, ਉਹਨੂੰ ਇਹ ਨਾ ਸਮਝ ਆ ਰਿਹਾ ਹੋਵੇ ਵੀ ਅਸੀਂ ਸਟੇਟ ਗਵਰਨਮੈਂਟ ਜਾਂ ਮੁੱਖ ਮੰਤਰੀ
ਦੇ ਲਾੜਲੇ ਬਣੀਏ ਜਾਂ ਫਿਰ सेंटर ਦੇ ਲਾੜਲੇ ਬਣ ਕੇ ਰਹੀਏ। So that is very unfortunate. ये ट्रेंड मेरे ख्याल से अब यूनियन में भी हम देख रहे हैं, उसके बाद से ही शायद स्टेट में भी आ गया है कि भाई ਪੱਠਾ ਬੈਠਾ ਰਿਹਾ ਜੀ ਪ੍ਰੋਫੈਸ਼ਨਲਿਜ਼ਮ ਦਾ, ਪੁਲਿਸ ਹੋਵੇ ਜਾਂ ਕੋਈ ਵੀ ਡਿਪਾਰਟਮੈਂਟ ਹੋਵੇ, when you politicize any department it is bound to not perform. जाते जाते एक आखिरी सवाल, अब पिछले कुछ दिनों में काफ़ी कंट्रोवर्सी में घिर गए हैं, मतलब उनके लिए तो कंट्रोवर्सी ख़त्म ही नहीं हो रहा है मान साहब के लिए, कि SYL कैनल पे सुखबीर बादल और इन लोगों का जब पूरा डेलीगेशन गया उनको रोक लिया गया, उस पर बहुत विवाद हुआ। उसके बाद फिर अभी राहुल गांधी जब गए थे हरमंदिर साहब, वहाँ पर उनके साथ एक GNDU यूनिवर्सिटी के एकेडमिक अफेयर्स के डीन प्रोफेसर सरबजोत बहल, उनको भी जो है हटा दिया गया है अपने पोस्ट से, या फिर रिज़ाइन कर दिए हैं शायद दबाव में आकर के, ऐसी बातें कही जा रही है। और आम आदमी पार्टी के खिलाफ बहुत आक्रोश है, मैं देख रहा हूँ कम से कम जो है आर्टिकल जो मैंने देखे हैं। विवादों में घिरे ही रहेंगे क्या, या फिर कुछ और भी उम्मीद कर सकते हैं मान साहब से, जिस तरह से ये उनका टेन्योर चल रहा है? ਵਿਵਾਦ ਤਾਂ ਚਲੋ ਖੈਰ ਹਰ ਸਰਕਾਰ ਨਾਲ ਜੁੜਦੇ ਨੇ ਤੇ ਉਹਦੇ 'ਚ ਕੋਈ ਨਵੀਂ ਗੱਲ ਨਹੀਂ, ਲੇਕਿਨ ਗੱਲ ਹੈ ਕਿ ਤੁਸੀਂ ਉਹਨਾਂ ਨੂੰ ਕਿਵੇਂ ਹੈਂਡਲ ਕਰਦੇ ਹੋ, ਕਿੰਨੀ ਕੁ ਮੈਚਿਓਰਿਟੀ ਦੇ ਨਾਲ ਹੈਂਡਲ ਕਰਦੇ ਹੋ, ਪਲੱਸ ਆਪਣਾ ਕੰਮ ਕਰਦੇ ਹੋ ਕਿ ਨਹੀਂ ਕਰਦੇ ਹੋ, ਇਹ ਚੀਜ਼ਾਂ ਚੱਲੀ ਜਾਣੀਆਂ ਨੇ। ਓਪੋਜੀਸ਼ਨ ਰੌਲਾ ਪਾਈ ਜਾ ਰਿਹਾ ਹੈ, ਉਹ ਜਿਹੜੇ ਮਤਲਬ ਪੰਜਾਬ ਪਾਣੀਆਂ ਤੇ SYL ਕਨਾਲ ਦੇ ਉੱਤੇ ਜਿਹੜੀ ਆਪਣੀ ਪਾਰਟੀਆਂ ਦੇ ਜਿਹੜੇ ਲੀਡਰਾਂ ਦੇ ਸਟੈਂਡ ਨਹੀਂ ਰਹੇ ਕਦੇ, ਜਾਂ ਉਹਨਾਂ ਦੀ ਆਪਣੀਆਂ ਇੰਨੀਆਂ ਗਲਤੀਆਂ ਕੀਤੀਆਂ, ਇੰਨੀਆਂ ਪੰਜਾਬ ਦਾ ਨੁਕਸਾਨ ਕੀਤਾ, ਉਹ ਲੋਕ ਅੱਜ ਧਰਨੇ ਮਾਰ ਰਹੇ ਨੇ ਮਤਲਬ ਭਗਵੰਤ ਮਾਨ ਦੇ ਖਿਲਾਫ। ਸੋ ਇੱਕ ਪੋਲੀਟੀਕਲ ਹਿਪੋਕਰੇਸੀ ਦੀ ਤਾਂ ਇੱਕ ਵੈਸੇ ਲਿਮਿਟ ਟੱਪ ਚੁੱਕਿਆ ਹੈ, ਤੇ ਉਹ ਹੁੰਦਾ ਹੀ ਪੋਲੀਟਿਕਸ ਇਜ਼ ਲਾਈਕ ਦੈਟ, ਇਟਸ ਡਰਟੀ ਪੋਲੀਟਿਕਸ। ਲੇਕਿਨ ਪੁਆਇੰਟ ਇਹ ਖੜਾ ਹੋ ਰਿਹਾ ਕਿ ਜਿਹੜੀ ਚੀਜ਼ਾਂ ਭਗਵੰਤ ਮਾਨ ਸਾਹਿਬ ਨੂੰ ਕਰਨੀਆਂ ਚਾਹੀਦੀਆਂ ਨੇ, ਇਜ਼ ਹੀ ਡੂਇੰਗ। ਤੁਸੀਂ ਟਿਕ ਮਾਰਕਿੰਗ ਕਰਨੀ ਹੈ, ਤੁਸੀਂ ਆਪਣੇ ਜਿਹੜੇ ਸਹੀ ਕੰਮ ਕਰਨ ਵਾਲੇ ਉਹ ਕਰੋ ਬਸ। ਮਤਲਬ ਪੁਆਇੰਟ ਹੈ ਕਿ ਇਹ ਚੀਜ਼ਾਂ ਚੱਲਦੀਆਂ ਰਹਿਣੀਆਂ, ਕੰਟਰੋਵਰਸੀਜ਼ ਵਿਲ ਨੈਵਰ ਐਂਡ। ਇਹ ਤਾਂ ਅਗਲੇ 5 ਸਾਲ ਲਾ ਲਓ ਤੇ ਅਗਲੇ ਜਿੰਨਾ ਮਰਜ਼ੀ ਕੋਈ ਵੀ ਦੇਖੋ ਸਰਕਾਰ ਹੁੰਦੀ ਹੈ, ਉਹਦੇ ਖਿਲਾਫ ਮੁਖਾਲਫਤ ਹੁੰਦੀ ਹੈ, ਲੋਕਾਂ ਦਾ ਗੁੱਸਾ ਵੀ ਹੁੰਦਾ ਹੈ, ਅਸੀਂ ਵੀ ਸਰਕਾਰ ਨੂੰ ਹੀ ਕ੍ਰਿਟਿਸਾਈਜ਼ ਕਰ ਸਕਦੇ ਹਾਂ ਨਾ। ਓਪੋਜੀਸ਼ਨ ਨੂੰ ਜਿਹੜਾ ਉਹ ਕਹਿੰਦਾ ਜਿਹੜਾ ਪਹਿਲਾਂ ਹੀ ਢਹਿ ਚੁੱਕਿਆ ਉਹਨੂੰ ਕਿੰਨਾ ਤੁਸੀਂ ਕ੍ਰਿਟਿਸਾਈਜ਼ ਕਰ ਲਓਗੇ। ਬਟ ਭਗਵੰਤ ਮਾਨ ਸ਼ੁੱਡ ਡੂ ਦ ਨੀਡਫੁਲ। ਜਿਹੜੀ ਗੱਲ ਕਹਿ ਰਹੇ ਨੇ, ਦੇਖੋ ਗਵਰਨਰ ਤਾਂ ਚਲੋ ਆਪਣੇ ਸਿਆਸੀ ਮਫਾਦ ਕਰਕੇ ਹੀ ਇਜ਼ ਅ ਸੈਂਟਰਸ ਗਾਈ ਆਊਟ ਹੇਅਰ, ਉਹਨਾਂ ਨੇ ਜੋ ਕਹਿਣਾ ਕਹਿਣ, ਲੇਕਿਨ ਜੇ ਉਹਨਾਂ ਦੀ ਗੱਲ 'ਚ ਵਜਨ ਹੈ ਤਾਂ ਫਿਰ ਆਪਾਂ ਨੂੰ ਚੰਗੀ ਚੀਜ਼ਾਂ ਨੂੰ ਅਪਣਾਉਣਾ ਚਾਹੀਦਾ ਹੈ। ਜੇ ਗਵਰਨਰ ਨੇ ਇੱਕ ਅਫਸਰ ਦੇ ਉੱਤੇ ਸਵਾਲ ਖੜੇ ਕੀਤੇ, ਤੁਸੀਂ ਉਹਨੂੰ ਕਿਉਂ ਕਮਿਸ਼ਨਰ ਲਾਇਆ? ਜਾਂ ਤਾਂ ਗਵਰਨਰ ਗਲਤ ਹੈ ਜਾਂ ਫਿਰ ਤੁਸੀਂ ਗਲਤ ਹੋ। ਸੋ ਔਨ ਵਿਚ ਸਾਈਡ ਯੂ ਵਾਂਟ ਟੂ ਬੀ, ਯੂ ਡਿਸਾਈਡ। ਸਿਰਫ ਕਿਸੇ ਚੀਜ਼ ਦਾ ਵਿਰੋਧ ਕਰਨ ਲਈ ਵਿਰੋਧ ਨਹੀਂ ਹੋ ਸਕਦਾ ਵੀ ਗਵਰਨਰ ਕਹਿ ਰਿਹਾ ਤਾਂ ਮੈਂ ਕਹਾਂਗੀ ਨਹੀਂ ਮਾੜਾ ਹੈ। ਜੇ ਗਵਰਨਰ ਨੇ ਕੁਝ ਚੱਜ ਦੀ ਗੱਲ ਕੀਤੀ ਹੈ ਤਾਂ ਆਈ ਨੀਡ ਟੂ internalize it, I need to accept it, I need to acknowledge it and I need to act upon it। ਕੀ ਮਾੜਾ ਹੋ ਗਿਆ ਜੇ ਗਵਰਨਰ ਨੇ ਚੰਗੀ ਸਲਾਹ ਦਿੱਤੀ, ਤੁਹਾਡੇ ਘਰ 'ਚ ਕੋਈ ਬੰਦਾ ਹੈ, ਉਹ ਬੇਸ਼ੱਕ ਤਾਕਤਵਰ ਨਹੀਂ ਹੈ, ਵੱਡੇ ਬਜ਼ੁਰਗ ਹੁੰਦੇ ਨੇ, ਤੁਹਾਡੇ ਕੋਲ ਤੁਹਾਡੇ ਹੱਥ ਵਿੱਚ ਤਾਕਤ ਆਪਣੇ ਕੋਲ ਹੀ ਹੁੰਦੀ ਹੈ, ਬੰਦੇ ਕੋਲ ਹੁੰਦੀ ਹੈ। ਲੇਕਿਨ ਜੇ ਕੋਈ ਬਜ਼ੁਰਗ ਕਹਿ ਰਿਹਾ ਤੁਹਾਨੂੰ ਕੋਈ ਗੱਲ, ਤੇ ਉਹਨੂੰ ਇਸ ਦਾ ਮਤਲਬ ਇਹ ਨਹੀਂ ਕਿ ਉਸ ਦੀ ਗੱਲ ਦੇ ਵਿੱਚ ਤੁਸੀਂ ਇਹ ਕੋਈ ਨਹੀਂ ਇਸ ਕਰਦਾ ਤਾਂ ਮੈਂ ਚਲਾਉਣ ਵਾਲਾ, ਮੈਂ ਕਮਾਉਂਦਾ, ਮੈਂ ਖਾਂਦਾ, ਮੈਂ ਹੀ ਡਿਸੀਜਨ ਲਾਂਗਾ। ਸੋ ਸੁਣਨਾ ਚਾਹੀਦਾ ਹੈ, ਯੂ ਸ਼ੁੱਡ ਲਿਸਨ। ਐਂਡ ਕਿਉਂ ਹਰ ਬੰਦੇ ਤੋਂ ਜਿਹੜਾ ਵੀ ਬੰਦਾ ਜਿੰਨਾ ਵੀ ਕ੍ਰਿਟੀਕਲ ਬੋਲ ਰਿਹਾ, ਉਹਦੀ ਕ੍ਰਿਟਿਸਿਜ਼ਮ ਨੂੰ ਤੁਸੀਂ ਹੋਰ ਸਵਾਗਤ ਲਓ, ਉਹਦੇ ਉੱਤੇ ਕੰਮ ਕਰੋ। ਫਾਈਨਲੀ ਤੁਹਾਡੀ ਪਰਫਾਰਮੈਂਸ ਨੇ ਮੈਟਰ ਕਰਨਾ ਹੈ। ਐਟ ਦ ਐਂਡ ਆਫ ਦ ਡੇ ਯੂ ਵਿਲ ਬੀ ਜੱਜਡ ਐਂਡ ਗੇਜਡ ਬਾਏ ਵਾਟ ਯੂ ਅਚੀਵਡ। ਇਹ ਛੋਟੀ ਚੀਜ਼ਾਂ ਨੇ ਸਭ ਨੇ ਭੁੱਲ ਜਾਣਾ ਹੈ। ਲੜਾਈ ਝਗੜੇ ਹੁੰਦੇ ਸੀ, ਆਪਾਂ ਨੂੰ ਹੁਣ 6 ਮਹੀਨੇ ਪਹਿਲਾਂ ਕੀ ਲੜ ਰਹੇ ਸੀ ਮੈਨੂੰ ਅੱਜ ਵੀ ਯਾਦ ਨਹੀਂ ਸੀ। ਆਪਾਂ ਡਿਸਕਸ਼ਨ ਕਰਨ ਬੈਠੇ, ਮੈਂ ਕਿਹਾ ਚਲੋ ਦੇਖਦੇ ਹਾਂ, ਨੈੱਟ ਤੇ ਸਰਚ ਕਰਦੇ ਹਾਂ ਵੀ ਕੀ ਗੱਲਾਂ ਹੋਈਆਂ ਸੀ, ਕਿਉਂਕਿ ਯਾਦ ਕਰਨ ਰੱਖਣ ਲਾਇਕ ਚੀਜ਼ਾਂ ਹੀ ਨਹੀਂ ਹੈਗੀਆਂ। ਅਲਟੀਮੇਟਲੀ ਮੈਟਰ ਉਸ ਚੀਜ਼ ਨੇ ਕਰਨਾ ਹੈ ਜੋ ਤੁਸੀਂ ਅਚੀਵ ਕਰਕੇ ਗਏ, ਪੰਜਾਬ ਲਈ ਜਾਂ ਦੇਸ਼ ਲਈ, ਸਮਾਜ ਲਈ ਕੁਝ ਕੀਤਾ। ਤੁਹਾਡੇ ਜਿਹੜੇ ਡਿਸੀਜਨਸ ਲਏ ਗਏ, ਮੈਟਰ ਉਹਨਾਂ ਨੇ ਕਰਨਾ ਹੈ। ਤੁਸੀਂ ਚੰਗੇ ਡਿਸੀਜਨ ਲਓਗੇ, ਪੀਪਲ ਵਿਲ ਰਿਮੈਂਬਰ ਯੂ। ਤੁਸੀਂ ਦਬਾਅ ਹੇਠ SSP ਬਦਲ ਦੋਗੇ, ਇਹ ਚੀਜ਼ਾਂ ਯਾਦ ਰਹਿਣਗੀਆਂ। ਇਹ ਚੀਜ਼ਾਂ ਹਮੇਸ਼ਾ ਤੁਹਾਨੂੰ ਅੱਗੇ ਸਵਾਲ ਕੀਤੇ ਜਾਣਗੇ। ਸੋ ਜਦੋਂ ਤੁਸੀਂ ਕੋਈ ਡਿਸੀਜਨ ਲੈਣਾ ਹੈ, ਇਹਨਾਂ ਨੂੰ ਮਤਲਬ ਮੈਂ ਨਹੀਂ ਕਹਾਂਗਾ ਕਿ ਇਹ ਕਸੂਰ ਹੈ, ਕਿਉਂਕਿ ਇਹਨਾਂ ਕੋਲ ਇੰਨਾ ਤਜਰਬਾ ਨਹੀਂ ਹੈ, ਇਹਨਾਂ ਕੋਲ ਐਡਾ ਐਕਸਪੀਰੀਅੰਸ ਨਹੀਂ ਹੈ। ਐਂਡ ਦ ਵਰਸਟ ਪਾਰਟ ਇਜ਼ ਦੇ ਆਰ ਨਾਟ ਕੀਨ ਟੂ ਲਰਨ। ਇਹ ਸਿੱਖਣਾ ਨਹੀਂ ਚਾਹੁੰਦੇ, ਇਹ ਸੋਚ ਕੇ ਆਏ ਬਣੇ ਨੇ। ਜਾਂ ਹਰ ਵੈਸੇ ਪਾਰਟੀ ਦੇ ਜਦ ਚੀਫ ਮਿਨਿਸਟਰ ਬਣ ਜਾਂਦਾ ਨਾ, ਉਹਨੂੰ ਲੱਗਦਾ ਮੈਨੂੰ ਸਭ ਆਉਂਦਾ ਹੈ, ਮੇਰੇ ਆਸ-ਪਾਸ ਬੜੇ ਕਾਬਲ ਅਫਸਰ ਨੇ, ਮੈਨੂੰ ਸਾਰਾ ਦੱਸ ਸਕਦੇ ਨੇ, ਮੈਂ ਕੰਮ ਕਰ ਸਕਦਾ। No, that's not the way it is, right? चंगे तजर्बेकार चीफ मिनिस्टर भी गलतियां कर गए हैं इत्थे। हाँ, क्या ये एक ट्रस्ट डेफिसिट का भी इशू है? क्योंकि दिल्ली में इस पार्टी के गवर्नमेंट के साथ इतना ख़राब एक्सपीरियंस रहा है इस पार्टी के गवर्नमेंट का, तो शायद वो वाला एक्सपीरियंस प्रोजेक्ट हो रहा है पंजाब में। क्या ये भी एक हो सकता है? सस ते नूह दी लड़ाई दे बारे कदी सुने? नूह बैठी हुंदी है दूजे घर च, ठीक है, मतलब सस दे घर हुंदी है, ते ओहदी जिहड़ी मदर हुंदी है, यानी कि पेके हुंदे ने, ਉਹ ਉਹਨੂੰ ਕੁਛ ਨਾ ਕੁਛ ਗਾਈਡ ਕਰ ਰਹੀ ਹੁੰਦੀ ਹੈ ਫੋਨ ਦੇ ਉੱਤੇ। ਤੇ ਇਹ ਚੀਜ਼ਾਂ ਆਈਆਂ ਨੇ,
ਵੀ ਜਦੋਂ ਲੜਕੀ ਉਹ ਆਪਣੀ ਮਾਂ ਦੀ ਜ਼ਿਆਦਾ ਸੁਣਦੀ ਹੈ, ਪੇਕੇ ਦੀ ਉਹਦੇ ਕਹਿੰਦੇ ਕੰਨਾਂ 'ਚ ਗੱਲ ਪਾਈ ਜਾਂਦੀ ਹੈ, ਭਰੀ ਜਾਂਦੀ ਹੈ, ਤਾਂ ਫਿਰ ਘਰ 'ਚ ਕਲੇਸ਼ ਹੁੰਦਾ ਹੈ। ਉਹੀ ਸਥਿਤੀ ਇੱਥੇ ਹੈ, ਕਿਉਂਕਿ ਪੰਜਾਬ ਆਪਣੀ ਨੀਤੀ ਨਹੀਂ ਹੈ। ਪੰਜਾਬ ਸਰਕਾਰ ਦੀ ਮੈਂ ਗੱਲ ਕਹਾਂਗਾ, ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਇਕਾਈ, ਇਹਨਾਂ ਦੇ ਬਹੁਤ ਵੱਡੀ ਲੀਡਰਸ਼ਿਪ, ਜਿਸ ਦੇ ਵਿੱਚ ਬੜੇ ਵੱਡੇ ਥੰਬ ਇਹਨਾਂ ਦੇ ਲੀਡਰ ਅਲੱਗ ਹੁੰਦੇ ਗਏ, ਕਿਉਂਕਿ ਉਹ ਕਹਿੰਦੇ ਸੀ ਖੁਦ ਮੁਖਤਿਆਰੀ ਨਹੀਂ ਹੈ, ਸਾਨੂੰ ਡਿਸੀਜਨ ਲੈਣ ਦੀ ਆਜ਼ਾਦੀ ਨਹੀਂ ਹੈ, ਸਾਨੂੰ ਵਾਟ ਯੂ ਕਾਲ ਇੰਡੀਪੈਂਡੈਂਸ, ਆਟੋਨੋਮੀ ਚਾਹੀਦੀ ਹੈ ਸਟੇਟ ਯੂਨਿਟ ਦੀ। ਆਮ ਆਦਮੀ ਪਾਰਟੀ ਦੀ ਕਮਰ ਸੰਧੂ ਲੈ ਲਓ ਤੁਸੀਂ, ਹੋਰ ਬਹੁਤ ਲੀਡਰ ਛੱਡ ਕੇ ਗਏ ਆਟੋਨੋਮੀ ਦੇ ਇਸ਼ੂ ਦੇ ਉੱਤੇ, ਬਿਕੋਜ਼ ਇਹ ਨਹੀਂ ਚਾਹੁੰਦੇ ਕਿ ਅਸੀਂ ਦਿੱਲੀ ਦੀ ਡਿਕਟੇਟ 'ਚ, ਦਿੱਲੀ ਦੀ ਆਮ ਆਦਮੀ ਪਾਰਟੀ ਦਾ ਕੀ ਨਜ਼ਰੀਆ ਹੈ ਉਸ ਹਿਸਾਬ ਨਾਲ ਚੱਲੀਏ। ਹੁਣ ਕੇਜਰੀਵਾਲ ਸਾਹਿਬ ਦੀ ਸਥਿਤੀ ਉਸ ਮਾਂ ਵਰਗੀ ਹੈ ਜੋ ਕਿ ਆਪਣੀ ਕੁੜੀ ਜਿਹੜੀ ਕਿ ਵਸੀ ਹੋਈ ਹੈ ਉਹਨੂੰ ਕਿਤੇ ਨਾ ਕਿਤੇ ਫੋਨ ਦੇ ਉੱਤੇ ਦਬ ਦਬ ਕੇ ਮਤਲਬ ਉਹਨਾਂ ਤੋਂ ਇੱਥੇ ਤਾਂ ਚਲੋ ਇਨਵੋਲਵਮੈਂਟ ਲੈਵਲ ਇੰਟਰਫੇਰੈਂਸ ਜ਼ਿਆਦਾ ਹੈ, ਡਿਸੀਜਨ ਮੇਕਿੰਗ ਦੇ ਵਿੱਚ ਇੰਟਰਫੇਰੈਂਸ ਉਹਨਾਂ ਦੀ, ਹਰ ਫੈਸਲੇ ਉਹਨਾਂ ਦੇ ਮੁਤਾਬਕ ਹੋ ਰਹੇ ਨੇ। ਸੋ ਬਹੁਤ ਹਾਈ ਲੈਵਲ ਦੀ ਇੰਟਰਫੇਰੈਂਸ ਹੋਣ ਕਾਰਨ ਇਹ ਸਥਿਤੀ ਆਈ ਹੋਈ ਹੈ। ਸੋ ਹੁਣ ਜਦੋਂ ਤੁਹਾਡੀ ਇੰਟਰਫੇਰੈਂਸ ਇੰਨੀ ਜ਼ਿਆਦਾ ਹੋਏਗੀ, ਤੁਸੀਂ ਡਿਸੀਜਨ ਹਰ ਚੀਜ਼ ਦਿੱਲੀ ਤੋਂ ਪੁੱਛ ਕੇ ਕਰਨੀ ਹੈ, ਤੇ ਉੱਥੇ ਤੁਹਾਡਾ ਆਪਸ ਦੇ ਵਿੱਚ ਫਿਰ ਤੋਂ ਸਹੁਰੇ ਘਰ ਤੱਕ ਕਲੇਸ਼ ਪਿਆ ਹੀ ਰਹਿਣਾ ਨਾ। ਇੱਥੇ ਇਹੀ ਹੋ ਰਿਹਾ। ਜੇ ਪੰਜਾਬ ਦੀ ਆਪਣੀ ਸੋਚ ਹੋਵੇ, ਮੁੱਖ ਮੰਤਰੀ ਖੁਦ ਆਜ਼ਾਦ ਹੋਣ ਇਸ ਲਈ, ਤੇ ਆਜ਼ਾਦੀ ਵੀ ਇਹਨਾਂ ਨੇ ਖੁਦ ਤੈਅ ਕਰਨੀ ਹੈ। ਕੁਰਸੀਆਂ ਦੇ ਨਾਲ ਚਿਪਕ ਕੇ ਰਹਿਣਾ ਤਾਂ ਫਿਰ ਪੰਜਾਬ ਦਾ ਹਿੱਤਾਂ ਦਾ ਤਾਂ ਬਹੁਤ ਵੱਡਾ ਨੁਕਸਾਨ ਕੁਰਸੀ ਦੇ ਚੱਕਰਾਂ ਦੇ ਵਿੱਚ ਦਰਬਾਰਾ ਸਿੰਘ ਵਰਗੇ, ਗਿਆਨੀ ਜ਼ੈਲ ਸਿੰਘ ਵਰਗੇ, ਬਾਦਲਾਂ ਵਰਗਿਆਂ ਨੇ ਬਹੁਤ ਕਰ ਲਿਆ। ਸਿਰਫ ਆਪਣੀ ਕੁਰਸੀਆਂ ਦੇ ਚੱਕਰਾਂ ਦੇ ਵਿੱਚ ਉਹ ਲੋਕ ਚਿਪਕ ਕੇ ਬੈਠੇ ਰਹੇ, ਤੇ ਕੁਰਸੀਆਂ ਦੇ ਚੱਕਰ 'ਚ ਹੀ ਇਹ ਬੈਠੇ ਰਹਿਣਗੇ। ਮੁੱਖ ਮੰਤਰੀ ਬਣਨਾ ਹੈ, ਕੁਰਸੀ ਤੇ ਰਹਿਣਾ ਹੈ, ਤੇ ਕੇਜਰੀਵਾਲ ਸਾਹਿਬ ਦੇ ਹਿਸਾਬ ਨਾਲ ਚੱਲਣਾ ਪਏਗਾ। ਸੋ ਉਹ ਖੁਦ ਮੁਖਤਿਆਰੀ ਤਾਂ ਹੈ ਨਹੀਂ। ਸੋ ਇਹ ਜਿਹੜੀ ਇੰਟਰਫੇਰੈਂਸ ਹੈ, ਮੈਨੂੰ ਲੱਗਦਾ ਇਹ ਬਹੁਤ ਵੱਡਾ ਇਸ਼ੂ ਹੈ। ਜਿਹੜੀ ਜੀ ਰੂਟ ਕਾਜ਼ ਹੈ, ਤੁਸੀਂ ਪੰਜਾਬ ਨੂੰ ਪੰਜਾਬ ਦੇ ਵਿੱਚ ਰਹਿ ਕੇ, ਪੰਜਾਬ ਦੇ ਵਿੱਚ ਬੈਠ ਕੇ, ਪੰਜਾਬ ਦੇ ਨਜ਼ਰੀਏ ਦੇ ਨਾਲ ਦੇਖੋ, ਸਮਝੋ, ਫੈਸਲੇ ਲਓ, ਡਿਸੀਜਨ ਲਓ। ਤੁਹਾਨੂੰ ਕਿਸੇ ਦੇ ਵੱਲ ਝਾਕਣ ਦੀ ਲੋੜ ਨਹੀਂ ਹੈ। ਇਹ ਚੀਜ਼ ਨੂੰ ਭਗਵੰਤ ਮਾਨ ਤੋਂ ਜ਼ਿਆਦਾ ਨਾ ਕੇਜਰੀਵਾਲ ਨੂੰ ਸਮਝਣ ਦੀ ਲੋੜ ਹੈ। ਇਫ ਹੀ ਵਾਂਟਸ, ਕਹਿੰਦੇ ਆਪਣੀ ਕੁੜੀ ਦਾ ਜੇ ਤੂੰ ਘਰ ਵਸਣ ਦੇਣਾ ਨਾ, ਤੇ ਉਹਨੂੰ ਫੋਨ ਕਰਨੇ ਬੰਦ ਕਰ ਦੇ ਕੇਜਰੀਵਾਲ ਨੂੰ। ਤਾਂ ਇਹ ਸਲਾਹ ਹੈਗੀ, ਜਿਵੇਂ ਘਰਾਂ ਦੇ ਰੌਲੇ ਤੇ ਕਲੇਸ਼ ਤੋਂ ਉੱਭਰਦੀ ਹੋਈ ਇੱਕ ਗੱਲਬਾਤ ਹੈ। ਲੇਕਿਨ ਕੇਜਰੀਵਾਲ ਸ਼ੁੱਡ ਡੂ ਦਿਸ, ਨਾ ਇੰਟਰਫੇयर करो पंजाब ਦੇ ਵਿੱਚ। लेट भगवंत मान हैंडल हिज स्टेट ऑफ अफेयर्स। चलिए देखते हैं भगवंत मान खुद अपने फैसले लेते हैं या नहीं। लेकिन आज की इस चर्चा में जुड़ने के लिए आपका बहुत बहुत शुक्रिया रितेश जी। धन्यवाद जी। आप सबका भी बहुत शुक्रिया अपना कीमती वक्त हमें देने के लिए।